ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਉਸ ਅਕਾਲ ਪੁਰਖ ਦੀ ਵਡਿਆਈ ਹੈ। ਔਰ ਫਿਰ ਉਸ ਅਕਾਲ ਪੁਰਖ ਜੀ ਦੇ ਨਾਮ ਜਪਣ ਵਾਲਿਆਂ ਦੀ ਵੀ ਵਡਿਆਈ ਹੈ। ਕਿਉਂਕਿ ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਉੱਤਮ ਹੈ। ਔਰ ਪਾਤਸ਼ਾਹ ਨੇ ਕਿਹਾ ਜਿਹੜੇ ਨਾਮ ਜਪਦੇ ਹਨ ਉਹ ਵੀ ਉਸ ਅਕਾਲ ਪੁਰਖ ਵਰਗੇ ਹੋ ਜਾਂਦੇ। ਜਪਜੀ ਸਾਹਿਬ ਦੀ ਬਾਣੀ ਪੜ੍ਹੋ ਤਾਂ ਉਹਦੇ ਵਿੱਚ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਰੱਬ ਨਾਲੋਂ ਵੀ ਵੱਡਾ ਰੱਬ ਦਾ ਨਾਮ ਹੈ। ਅਕਾਲ ਪੁਰਖ ਪਰਮਾਤਮਾ ਬਹੁਤ ਵੱਡਾ ਹੈ, ਪਰ ਉਸ ਨਾਲੋਂ ਵੀ ਉੱਚਾ, ਉਸ ਨਾਲੋਂ ਵੀ ਵੱਡਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਜਿਸ ਨਾਮ ਨਾਲ ਜੁੜ ਕੇ ਆਮ ਸੰਸਾਰੀ ਸਰੀਰ, ਸੰਸਾਰੀ ਜੀਵ ਉਸ ਅਕਾਲ ਪੁਰਖ ਦਾ ਰੂਪ ਹੋ ਜਾਂਦੇ। ਦੁਨਿਆਵੀ ਤੌਰ ਤੇ ਵੀ ਵਿਚਾਰ ਕਰੀਏ ਤਾਂ ਹਰ ਚੀਜ਼ ਨਾਲੋਂ ਉਹਦਾ ਨਾਮ ਵੱਡਾ ਹੈ। ਕੋਈ ਚੀਜ਼ ਬਾਜ਼ਾਰ ਵਿੱਚੋਂ ਖਰੀਦਣ ਜਾਓ, ਤੁਹਾਡੀ ਜੇਬ ਵਿੱਚ ਪੈਸੇ ਵੀ ਹੋਣ, ਤੁਸੀਂ ਉਸ ਬਾਜ਼ਾਰ ਵਿੱਚ ਪਹੁੰਚ ਵੀ ਜਾਓ, ਤੁਹਾਨੂੰ ਉਹਦਾ ਨਾਮ ਹੀ ਨਾ ਚੇਤੇ ਆਵੇ ਕਿ ਕੀ ਖਰੀਦਣਾ ਹੈ, ਤਾਂ ਤੁਹਾਨੂੰ ਉਸ ਵਸਤੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਸੇ ਸ਼ਹਿਰ ਵਿੱਚ ਚਲੇ ਜਾਓ ਤਾਂ ਜਿਸ ਬੰਦੇ ਨੂੰ ਮਿਲਣਾ ਉਹਦਾ ਨਾਮ ਨਾ ਚੇਤੇ ਹੋਵੇ, ਤਾਂ ਫਿਰ ਭਾਵੇਂ ਜੋ ਮਰਜ਼ੀ ਉਸ ਪੂਰੇ ਮੁਹੱਲੇ ਵਿੱਚ ਘੁੰਮੀ ਜਾਓ, ਲੋਕਾਂ ਨੂੰ ਪੁੱਛੋ ਇਸ ਤਰ੍ਹਾਂ ਦਾ ਹੈ ਉਹ ਬੰਦਾ, ਤਾਂ ਜਿੰਨੀ ਦੇਰ ਉਸਦਾ ਕੋਈ ਨਾਮ ਨਹੀਂ, ਉਸਦਾ ਕੋਈ ਐਡਰੈਸ ਘਰ ਦਾ ਪਤਾ ਨਹੀਂ, ਉਨੀ ਦੇਰ ਤੁਸੀਂ ਉਹਨੂੰ ਮਿਲ ਨਹੀਂ ਸਕੋਗੇ। ਇਹਦਾ ਮਤਲਬ ਇਹ ਹੋਇਆ ਕਿ ਉਹ ਬੰਦੇ ਨਾਲੋਂ ਵੱਡਾ ਉਹਦਾ ਨਾਮ ਹੈ, ਕਿਉਂਕਿ ਜੇ ਨਾਮ ਆ ਤਾਂ ਫਿਰ ਉਹਨੂੰ ਮਿਲ ਸਕੋਗੇ। ਤਾਂ ਸਤਿਗੁਰੂ ਜੀ ਨੇ ਬਾਣੀ ਅੰਦਰ ਕਿਹਾ, ਵੱਡਾ ਸਾਹਿਬ, ਰੱਬ ਬਹੁਤ ਵੱਡਾ ਹੈ, ਪਰ ਨਾਲ ਕਿਹਾ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉਹਦੇ ਨਾਲੋਂ ਵੀ ਉੱਚਾ ਕੌਣ ਹੈ? ਉਹਦਾ ਨਾਮ, ਜਿਹਨੂੰ ਜਪ ਕੇ ਉਹਦੇ ਤੱਕ ਪਹੁੰਚ ਜਾਈਦਾ। ਤਾਂ ਹਜ਼ੂਰ ਨੇ ਕਿਹਾ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏ ਵੱਡ ਉੱਚਾ ਹੋਵੇ ਕੋਏ, ਤੇ ਸੁੱਚੇ ਕੋ ਜਾਣੇ ਸੋਏ। ਹੁਣ ਸ਼ਰਤ ਰੱਖ ਦਿੱਤੀ, ਭਾਈ ਉਸ ਨਾਮ ਜਿਹੜਾ ਉੱਚਾ ਨਾਮ ਹੈ, ਤੂੰ ਉਹਦੇ ਜਿੱਡਾ ਪਹਿਲਾਂ ਉਹਦਾ ਵੱਡਾ ਹੋ, ਉਹਦੇ ਬਰਾਬਰ, ਫਿਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਸਕੇਗਾ, ਫਿਰ ਤੂੰ ਉਹਦੇ ਬਾਰੇ ਜਾਣਕਾਰੀ ਲੈ ਸਕੇਗਾ, ਉਹਦੇ ਬਾਰੇ ਜਾਣ ਸਕੇਗਾ। ਜਿੰਨੀ ਦੇਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਨਹੀਂ ਤੂੰ ਹੁੰਦਾ, ਉਨੀ ਦੇਰ ਤੂੰ ਉਹਨੂੰ ਬੁੱਝ ਨਹੀਂ ਸਕੇਗਾ, ਜਾਣ ਨਹੀਂ ਸਕੇਗਾ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ ਹੋਣ ਵਾਸਤੇ ਕੀ ਹੋਣਾ ਪਏਗਾ? ਪਾਤਸ਼ਾਹ ਨੇ ਬਚਨ ਕਹੇ, ਸੰਸਾਰ ਦੀ ਦੁਨਿਆਵੀ ਅਕੈਡਮਿਕ ਐਜੂਕੇਸ਼ਨ, ਸੰਸਾਰ ਦੀ ਨੌਲੇਜ ਅਲੱਗ ਹੈ, ਤੇ ਰੱਬ ਦੀ ਘਰ ਦੀ ਵਿੱਦਿਆ, ਜਿਹੜਾ ਗਿਆਨ ਹੈ, ਉਹ ਬਿਲਕੁਲ ਅਲੱਗ ਹੈ। ਸੰਸਾਰੀ ਤੌਰ ਤੇ ਕਿਸੇ ਦੇ ਬਰਾਬਰ ਹੋਣਾ ਹੋਵੇ ਤਾਂ ਸਾਧ ਸੰਗਤ ਉਹਦੇ ਵਰਗੇ ਫਿਰ ਗੁਣ ਧਾਰਨੇ ਕਰਨੇ ਪੈਣਗੇ। ਉਹਦੇ ਜਿੰਨੀ ਅਮੀਰੀ ਹੋਣੀ ਚਾਹੀਦੀ ਹੈ, ਉਹਦੇ ਜਿੰਨਾ ਪੈਸਾ ਹੋਣਾ ਚਾਹੀਦਾ, ਉਹਦੇ ਬਰਾਬਰ ਉਸ ਬੰਦੇ ਦੀ ਐਜੂਕੇਸ਼ਨ ਹੋਣੀ ਚਾਹੀਦੀ, ਫਿਰ ਤੁਸੀਂ ਉਹਦੇ ਬਰਾਬਰ ਹੋ ਸਕਦੇ। ਪਰ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਘਰ ਦੀ ਵਡਿਆਈ ਚੱਲੀ, ਉਦੋਂ ਮਹਾਰਾਜ ਜੀ ਨੇ ਕਿਹਾ ਇਹ ਵਿੱਦਿਆ ਹੀ ਅਲੱਗ ਹੈ। ਇੱਥੇ ਰੱਬ ਤੱਕ, ਰੱਬ ਦੇ ਬਰਾਬਰ ਹੋਣ ਵਾਸਤੇ ਕਿਸੇ ਉਹਦੇ ਬਰਾਬਰ ਦੀ ਨੌਲੇਜ ਦੀ, ਗਿਆਨ ਦੀ ਜ਼ਰੂਰਤ ਨਹੀਂ, ਉਹਦੇ ਬਰਾਬਰ ਕਿਸੇ ਸ਼ਕਤੀ ਦੀ ਜ਼ਰੂਰਤ ਨਹੀਂ ਕਿ ਰੱਬ ਵਰਗੀਆਂ ਸ਼ਕਤੀਆਂ ਤੁਹਾਡੇ ਵਿੱਚ ਹੋਣ, ਫਿਰ ਤੁਸੀਂ ਉਹਦੇ ਬਰਾਬਰ ਹੋ ਸਕੋਗੇ। ਤਾਂ ਪਾਤਸ਼ਾਹ ਜੀ ਨੇ ਬਿਲਕੁਲ ਅਲੱਗ ਵਿੱਦਿਆ ਗੁਰਮਤਿ ਦੇ ਅੰਦਰ, ਰੱਬ ਨੂੰ ਮਿਲਣ ਵਾਸਤੇ, ਉਹਦੇ ਬਰਾਬਰ ਹੋਣ ਵਾਸਤੇ ਪਾਤਸ਼ਾਹ ਨੇ ਕਿਹਾ, ਜਿੰਨੀ ਜਲਦੀ ਕੋਈ ਆਪਣੀ ਹਸਤੀ ਮਿਟਾ ਦੇ, ਕੋਈ ਖਾਕ ਹੋ ਜਾਏ, ਉਨਾ ਹੀ ਉਹ ਉੱਚਾ ਹੋ ਜਾਏਗਾ। ਸੰਸਾਰ ਵਿੱਚ ਕਿਸੇ ਦੇ ਬਰਾਬਰ ਹੋਣ ਵਾਸਤੇ ਉਹਦੇ ਬਰਾਬਰ ਨੌਲੇਜ, ਉਹਦੇ ਬਰਾਬਰ ਵਿੱਦਿਆ, ਗਿਆਨ, ਇਕੋਨਮੀ, ਜੋ ਕੁਝ ਵੀ ਉਹਦੇ ਕੋਲ ਹੈ ਉਹ ਹੋਵੇ, ਤਾਂ ਫਿਰ ਆਪਾਂ ਬਰਾਬਰ। ਨਿਰੰਕਾਰ ਦੇ ਘਰ ਦੀ ਕਹਾਣੀ ਵੱਖਰੀ। ਇੱਥੇ ਰੱਬ ਬਹੁਤ ਉੱਚਾ ਹੈ, ਪਰ ਉਹਦੇ ਬਰਾਬਰ ਹੋਣ ਵਾਸਤੇ ਸਭ ਤੋਂ ਨੀਵਾਂ ਹੋਣਾ ਪੈਂਦਾ, ਸਭ ਤੋਂ
ਆਪਣੇ ਆਪ ਨੂੰ ਹਸਤੀ ਮਿਟਾਉਣੀ ਪੈਂਦੀ ਹੈ, ਜਿਹਦੇ ਬਾਰੇ ਪਾਤਸ਼ਾਹ ਦੀ ਬਾਣੀ ਨੇ ਬਾਰ-ਬਾਰ ਸਾਨੂੰ ਸੰਕੇਤ ਕੀਤਾ। ਇਹ ਗੁਰੂ ਕੇ ਸਿੱਖਾ, ਤੇਰਾ ਜਪ ਤਪ ਵੀ ਹੋਵੇ, ਤੇਰਾ ਪੂਜਾ ਪਾਠ ਵੀ ਹੋਵੇ, ਤੂੰ ਆਚਰਣ ਕਰਕੇ, ਗੁਣਾ ਕਰਕੇ ਉੱਚਾ ਸੁੱਚਾ, ਜਤੀ ਸਤੀ, ਕਰੈਕਟਰ, ਆਚਰਣ ਸਭ ਕੁਝ ਉੱਚਾ ਹੋਵੇ, ਪਰ ਜਦੋਂ ਰੱਬ ਨੂੰ ਮਿਲਣਾ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਫਿਰ ਤੈਨੂੰ ਇਸ ਤਲ ਤੇ ਖਲੋ ਕੇ ਅਰਦਾਸ ਕਰਨੀ ਪੈਗੀ। ਉਹਨੂੰ ਮਿਲਣ ਵਾਸਤੇ ਉਹਦੇ ਬਰਾਬਰ ਹੋਣ ਲਈ ਕਹਿਣਾ ਪੈਣਾ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ। ਗੁਣ ਹੋਣ, ਆਚਰਣ ਉੱਚਾ ਹੋਵੇ, ਜਤੀ ਸਤੀ ਹੋਵੇ, ਪਰ ਅਰਦਾਸ ਆ ਹੋਵੇ। ਤਾਂ ਇਹਦਾ ਵਿਚਲਾ ਭਾਵ ਇਹ ਹੈ ਵੀ ਸਭ ਕੁਝ ਹੁੰਦੇ ਆ ਖਾਕ ਹੋ ਜਾਣਾ। ਇੱਕ ਵਾਰ ਪੜੋ ਪਿਆਰ ਨਾਲ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਫਿਰ ਉਹਨਾਂ ਦੀ ਸ਼ਰਨ, ਉਹਨਾਂ ਦੀ ਸੰਗਤ ਵਿੱਚ ਰਹਿ, ਜਿਨ੍ਹਾਂ ਨੂੰ ਹੁਣ ਉਹ ਅਕਾਲ ਪੁਰਖ ਵਾਹਿਗੁਰੂ ਵਿਸਰਿਆ ਨਹੀਂ, ਜਿਨ੍ਹਾਂ ਨੇ ਉਸ ਕਲਾਸ ਨੂੰ ਪਾਸ ਕਰ ਲਿਆ, ਉਹਨਾਂ ਦੇ ਨੇੜੇ ਤੇੜੇ ਰਹਿ, ਉਹਨਾਂ ਦੇ ਇਰਦ ਗਿਰਦ ਰਹਿਣਾ ਪਏਗਾ, ਉਹਨਾਂ ਦੀ ਸੰਗਤ ਵਿੱਚੋਂ ਸਿੱਖਣਾ ਪਏਗਾ। ਤੇਰਾ ਜਪ ਤਪ ਪੂਜਾ ਪਾਠ ਸਭ ਕੁਝ ਹੋਵੇ, ਪਰ ਅਰਦਾਸ ਹੋਵੇ ਜਪ ਤਪ ਸੰਜਮ ਧਰਮ ਨਾ ਕਮਾਇਆ। ਪੜੋ, ਜਪ ਤਪ ਸੰਜਮ ਧਰਮ ਨਾ, ਹੋਰ ਉੱਚਾ ਪੜੋ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ। ਸਭ ਕੁਝ ਹੋਣ ਦੇ ਬਾਵਜੂਦ ਸਿੱਖ ਦੀ ਅਰਦਾਸ ਰੱਬ ਤੱਕ ਪਹੁੰਚਣ ਵਾਸਤੇ ਇਹ ਹੋਏਗੀ ਕਿ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੋ ਨਾਨਕ ਹਮ ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਹ ਅਰਦਾਸ ਕਰਨੀ ਤਾਂ ਸਤਿਗੁਰ ਜੀ ਦੇ ਘਰ ਦਾ ਗਿਆਨ ਬਿਲਕੁਲ ਵੱਖਰਾ ਹੈ ਸੰਸਾਰ ਦੀ ਨੌਲੇਜ ਨਾਲ। ਦੁਨੀਆ ਵਿੱਚ ਬਰਾਬਰ ਹੋਣ ਲਈ ਕੁਝ ਹੋਰ ਗਿਆਨ ਚਾਹੀਦਾ। ਰੱਬ ਦੇ ਬਰਾਬਰ ਹੋਣ ਵਾਸਤੇ ਜਿੰਨੀ ਜਲਦੀ ਕੋਈ ਮਿਟ ਜਾਏ, ਆਪਣੀ ਹਸਤੀ ਮਿਟਾ ਦੇ, ਉਨੀ ਜਲਦੀ ਉਹ ਰੱਬ ਦੇ ਬਰਾਬਰ ਹੋ ਜਾਂਦਾ। ਇਸੇ ਲਈ ਸੰਤ ਦਾ ਸਰੀਰ ਸਾਡੇ ਵਰਗਾ ਹੀ ਹੁੰਦਾ, ਪਰ ਉਹ ਮਾਨਸ ਸਰੀਰ ਪੰਜ ਭੌਤਿਕ ਸਰੀਰ ਵਿੱਚ ਰਹਿੰਦਿਆਂ ਰੱਬ ਵਰਗੇ ਹੋ ਜਾਂਦੇ ਨੇ। ਉਹਨਾਂ ਬਾਰੇ ਫਿਰ ਮਹਾਰਾਜ ਜੀ ਨੇ ਕਿਹਾ, ਜਿਨ੍ਹਾਂ ਨਾ ਵਿਸਰੇ ਨਾਮ, ਕਿਉਂਕਿ ਨਾਮ ਉੱਚਾ ਹੈ ਨਾ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਮ। ਇਸ ਲਈ ਕਿਹਾ, ਜਿਨ੍ਹਾਂ ਨਾ ਵਿਸਰੇ ਨਾਮ, ਸੇ ਕਨੇਹਾ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਉਹ ਰੱਬ ਵਰਗੇ ਹੋ ਗਏ, ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਭੇਦ ਹੀ ਨਹੀਂ ਰਿਹਾ। ਉਹ ਉਸ ਸਾਈਂ ਮਾਲਕ ਵਰਗੇ ਹੋ ਗਏ। ਕਿਉਂ? ਕਿਉਂਕਿ ਉਹ ਖਾਕ ਹੋ ਗਏ। ਉਹਨਾਂ ਨੇ ਆਪਣੀ ਹਸਤੀ ਮਿਟਾ ਦਿੱਤੀ, ਰਹਿੰਦੇ ਉਹ ਸਰੀਰ ਵਿੱਚ, ਪਰ ਸਾਧ ਸੰਗਤ ਉਹਨਾਂ ਦੀ ਖੌਫ ਨਾ ਖਤਾ ਨਾ ਤਰਸ ਜਵਾਲ, ਨਾ ਕਿਸੇ ਦਾ ਕੋਈ ਡਰ, ਨਾ ਕੋਈ ਖਤੇ ਦਾ ਡਰ। ਆਪਾਂ ਨੂੰ ਦੁਨੀਆ ਵਿੱਚ ਡਰ ਰਹਿੰਦਾ ਜੀ, ਹਰ ਕੰਮ ਕਰਨ ਲੱਗਿਆ ਮੇਰੇ ਨਾਲ ਧੋਖਾ ਨਾ ਹੋ ਜਾਏ, ਹੇਰਾ ਫੇਰੀ ਨਾ ਹੋ ਜਾਏ, ਮੇਰੇ ਨਾਲ ਕੋਈ ਫਰੇਬ ਨਾ ਕਰ ਦੇਵੇ, ਮੇਰੇ ਨਾਲ ਕੋਈ ਧੋਖਾ, ਕੋਈ ਬੇਈਮਾਨੀ, ਕੋਈ ਹੇਰਾ ਫੇਰੀ, ਕੋਈ ਫਰਾਡ ਨਾ ਕਰ ਜਾਏ। ਸਾਧੂ ਜਿਹੜੇ ਮੰਡਲ ਵਿੱਚ ਰਹਿੰਦਾ ਉਹਨੂੰ ਡਰ ਹੀ ਨਹੀਂ ਰਹਿੰਦਾ ਮੇਰੇ ਨਾਲ ਕੋਈ ਫਰਾਡ ਕਰ ਜਾਏਗਾ। ਉਹਨੂੰ ਇਸ ਗੱਲ ਦਾ ਭੈ ਹੀ ਨਹੀਂ ਕਿ ਕੋਈ ਮੇਰੇ ਨਾਲ ਧੋਖਾ ਕਰ ਜਾਏਗਾ, ਕਿਉਂਕਿ ਸਾਧ ਸੰਗਤ ਧੋਖਾ ਪਤਾ ਕਿਹਨਾਂ ਨੂੰ ਵਿਆਪਦਾ, ਫਰਾਡ ਕਿਹਨਾਂ ਨਾਲ ਹੁੰਦਾ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾ ਕੋਟ ਤੁਹਾਰੀ। ਜਿਨ੍ਹਾਂ ਨੂੰ ਰੱਬ ਵਿਸਰਿਆ ਉਹ ਖੁਆਰ ਹੁੰਦੇ, ਉਹਨਾਂ ਨਾਲ ਧੋਖੇ ਹੋ ਜਾਂਦੇ। ਤੇ ਜਿਨ੍ਹਾਂ ਨੂੰ ਅਕਾਲ ਪੁਰਖ ਰੱਬ ਦਾ ਨਾਮ ਨਹੀਂ ਵਿਸਰਦਾ, ਉਹਨਾਂ ਨਾਲ ਕੋਈ ਧੋਖਾ ਹੁੰਦਾ ਹੀ ਨਹੀਂ ਸੰਸਾਰ ਵਿੱਚ। ਨਾ ਉਹਨਾਂ ਨਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਮਾਇਆ ਧੋਖਾ ਕਰ ਸਕਦੀ ਹੈ, ਨਾ ਉਹਨਾਂ ਨਾਲ ਸੰਸਾਰ ਦਾ ਕੋਈ ਬੰਦਾ ਧੋਖਾ ਕਰ ਸਕਦਾ। ਸਾਧ ਸੰਗਤ, ਇੱਥੋਂ ਤੱਕ ਤੁਸੀਂ ਹੈਰਾਨ ਹੋਵੋਗੇ, ਸਾਧੂ ਦੀਆਂ ਨਜ਼ਰਾਂ ਵਿੱਚ ਸੁਰਤ ਵਿੱਚ ਇੰਨੀ ਵੱਡੀ ਸਕੈਨ ਉਤਰ ਆਉਂਦੀ ਹੈ। ਉਹ ਸਾਹਮਣੇ ਖਲੋਤੇ ਬੰਦੇ ਦੀ ਸਕੈਨ ਕਰ ਲੈਂਦਾ ਇਹਦੇ ਵਿੱਚ ਕੀ ਚੱਲ ਰਿਹਾ। ਪਰ ਸਭ ਕੁਝ ਜਾਣਨ ਦੇ ਬਾਵਜੂਦ ਉਹ ਇੱਕ ਨਿਯਮ ਵਿੱਚ ਰਹਿੰਦਾ।
ਉਹ ਸਾਹਮਣੇ ਵਾਲਾ ਬੰਦਾ ਧੋਖਾ ਕਰੇ, ਫਰਾਡ ਕਰੇ, ਬੇਈਮਾਨੀ ਕਰੇ, ਸਾਧੂ ਉਹਦੇ ਬਾਰੇ ਕੁਝ ਨਹੀਂ ਬੋਲੇਗਾ। ਉਹ ਸਭ ਕੁਝ ਜਾਣ ਬੁੱਝ ਕੇ ਵੇਖਣ ਦੇ ਬਾਵਜੂਦ ਵੀ ਸਭ ਕੁਝ ਹੋਣ ਦਿੰਦਾ ਹੈ। ਕਈ ਵਾਰ ਇਸ ਤਰ੍ਹਾਂ ਦੀਆਂ ਬੜੀਆਂ ਹੈਰਾਨੀਜਨਕ ਘਟਨਾਵਾਂ ਤੁਹਾਡੇ ਸਾਹਮਣੇ ਆਉਣਗੀਆਂ। ਸੰਤ ਨੂੰ ਸਭ ਕੁਝ ਪਤਾ ਹੈ, ਪਰ ਫਿਰ ਵੀ ਉਹਦੇ ਹੁਕਮ ਵਿੱਚ ਉਹ ਦਖਲ ਨਹੀਂ ਦਿੰਦਾ। ਬੇਈਮਾਨੀ ਕਰਨ ਵਾਲਿਆਂ ਨੂੰ ਇੰਜ ਲੱਗਦਾ ਹੈ ਸੰਤ ਨੂੰ ਕਿਹੜਾ ਪਤਾ ਲੱਗਣਾ। ਇਹ ਭੁਲੇਖਾ ਸੰਸਾਰੀ ਲੋਕਾਂ ਨੂੰ ਪੈਂਦਾ ਹੈ, ਜਿਵੇਂ ਆਪਾਂ ਸਾਰਿਆਂ ਨੂੰ ਪੈ ਸਕਦਾ ਹੈ, ਕਿਉਂਕਿ ਸਾਧ ਸੰਗਤ ਪਾਪ ਉੱਥੇ ਜਨਮ ਲੈਂਦਾ ਹੈ ਜਿੱਥੇ ਪੜਦਾ ਪੈ ਜਾਏ। ਕਿਹੜਾ ਕਿਸੇ ਨੂੰ ਪਤਾ ਲੱਗਣਾ, ਫਿਰ ਬੰਦਾ ਪਾਪ ਕਰਦਾ ਹੈ। ਰੱਬ ਨੂੰ ਤੇ ਸਰੀਰ ਧਾਰੀ ਆਪਾਂ ਜਿਹੜੇ ਲੋਕ ਮੰਡਲ ਲੋਕ ਵਿੱਚ ਰਹਿ ਰਹੇ, ਸਾਡੇ ਵਿੱਚ ਤੇ ਰੱਬ ਵਿੱਚ ਕੋਈ ਪੜਦਾ ਨਹੀਂ। ਰੱਬ ਨੂੰ ਸਾਡੇ ਬਾਰੇ ਸਭ ਕੁਝ ਪਤਾ ਹੈ, ਆਪਾਂ ਉਹਦੇ ਕੋਲੋਂ ਛੁਪਾ ਨਹੀਂ ਸਕਦੇ, ਪਰ ਸਾਡੀ ਸੁਰਤ ਵਿੱਚ ਪੜਦਾ ਪੈਂਦਾ ਕਿ ਮੇਰਾ ਕਿਹੜਾ ਕਿਸੇ ਨੂੰ ਪਤਾ ਲੱਗਣਾ। ਬੰਦਾ ਪਾਪ ਕਰ ਲੈਂਦਾ। ਇਦਾਂ ਸੰਤ ਵਿੱਚ ਤੇ ਸਰੀਰਾਂ ਵਿੱਚ ਕੋਈ ਪੜਦਾ ਨਹੀਂ ਰਹਿੰਦਾ, ਉਹਨੂੰ ਸਭ ਕੁਝ ਪਤਾ ਸਾਹਮਣੇ ਵਾਲਾ ਕੀ ਹੈ, ਪਰ ਫਿਰ ਵੀ ਉਹ ਰੱਬ ਦੀ ਅਵਸਥਾ ਵਿੱਚ ਰਹਿੰਦਾ, ਇਸ ਲਈ ਬੋਲਦਾ ਨਹੀਂ। ਉਹਦੇ ਕੋਲ ਰਹਿਣ ਵਾਲੇ ਲੋਕ ਭਾਵੇਂ ਫਰਾਡ ਕਰ ਜਾਣ, ਭਾਵੇਂ ਧੋਖਾ ਕਰ ਜਾਣ, ਕਿਉਂਕਿ ਸੰਤ ਨੂੰ ਪਤਾ ਹੈ ਇਹ ਧੋਖਾ ਮੇਰੇ ਨਾਲ ਨਹੀਂ, ਇਹ ਬੰਦਾ ਆਪਣੇ ਆਪ ਨਾਲ ਧੋਖਾ ਕਰ ਰਿਹਾ। ਇਸ ਲਈ ਸਾਧੂ ਦੀ ਅਵਸਥਾ ਬਹੁਤ ਉੱਚੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਹੀ। ਪਾਤਸ਼ਾਹ ਨੇ ਕਿਹਾ ਭਾਈ ਜਿਹੜਾ ਸਾਧੂ ਹੋ ਜਾਂਦਾ, ਸੰਤ ਹੋ ਜਾਂਦਾ, ਉਹਦੀ ਕੋਈ ਵਿਆਖਿਆ ਨਹੀਂ, ਸਿਰਫ ਉਹਦੀ ਵਡਿਆਈ ਕੀਤੀ ਜਾ ਸਕਦੀ ਹੈ, ਕਿਉਂਕਿ ਉਹਨੂੰ ਆਧਾਰ, ਉਹਨੂੰ ਆਸਰਾ, ਉਹਨੂੰ ਓਟ ਕਿਸੇ ਸਰੀਰ ਦੀ ਨਹੀਂ, ਇੱਕ ਅਕਾਲ ਪੁਰਖ ਦੀ ਓਟ ਆਸਰਾ ਰਹਿੰਦੀ ਹੈ। ਨਾ ਉਹਨੂੰ ਧਨ ਦੌਲਤ ਮਾਇਆ ਪਦਾਰਥਾਂ ਦਾ ਕੋਈ ਆਸਰਾ, ਨਾ ਉਹਨੂੰ ਸੰਸਾਰ ਵਿੱਚ ਵਿਚਰਦੇ ਸਰੀਰਾਂ ਦਾ ਕੋਈ ਆਸਰਾ, ਉਹਨੂੰ ਇੱਕੋ ਚੀਜ਼ ਦਾ ਆਸਰਾ ਅਕਾਲ ਪੁਰਖ ਰੱਬ ਦਾ। ਪਾਤਸ਼ਾਹ ਦਾ ਬਚਨ ਪੜੋ, ਤੁਹਾਨੂੰ ਡੈਫੀਨੇਸ਼ਨ ਸਮਝ ਆਏਗੀ। ਉਹਦੇ ਵਿੱਚ ਹਜ਼ੂਰ ਨੇ ਕਿਹਾ ਆਸਾ ਮਹੱਲਾ ਪੰਜਵਾ। ਹੁਣ ਸੰਤ ਦੀ ਡੈਫੀਨੇਸ਼ਨ ਪਰਿਭਾਸ਼ਾ ਸੁਣਿਓ ਕੀ ਹੈ। ਵੈਸੇ ਸੰਤ ਦੀ ਕੋਈ ਵਿਆਖਿਆ ਨਹੀਂ। ਹਜ਼ੂਰ ਨੇ ਕਿਹਾ ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। 8 ਪਹਿਰ 24 ਘੰਟੇ 24 ਆਵਰ ਅਕਾਲ ਪੁਰਖ ਰੱਬ ਨੂੰ ਆਪਣੀ ਸੁਰਤੀ ਦੇ ਨੇੜੇ ਸਮਝਦਾ ਕਿ ਰੱਬ ਮੈਨੂੰ ਵੇਖ ਰਿਹਾ, ਬਸ ਇੰਨਾ ਹੀ ਸੰਤ ਵਾਸਤੇ ਭਗਤੀ ਹੈ। ਸਾਧੂ ਨੂੰ ਚੌਂਕੜਾ ਮਾਰ ਕੇ ਲੰਬਾ ਸਮਾਂ ਬਹਿਣਾ ਹੀ ਨਹੀਂ ਪੈਂਦਾ। ਉਹ ਸਰੀਰਾਂ ਵਿੱਚ ਵਿਚਰਦਿਆਂ ਵੀ ਉਹਦੀ 24 ਘੰਟੇ ਦੀ ਭਗਤੀ ਹੈ। ਕਿਉਂ? ਉਹਨੂੰ 24 ਘੰਟੇ ਸੁਰਤ ਵਿੱਚ ਯਾਦ ਰਹਿਣ ਲੱਗ ਪੈਂਦਾ, ਮੈਨੂੰ ਰੱਬ ਵੇਖ ਰਿਹਾ, ਮੈਨੂੰ ਰੱਬ ਵੇਖ ਰਿਹਾ, ਮੈਨੂੰ ਰੱਬ ਵੇਖ ਰਿਹਾ। ਜਦੋਂ ਇਹ ਅਭਿਆਸ ਕਿਸੇ ਸਰੀਰ ਧਾਰੀ ਸੰਤ ਦਾ ਪੱਕ ਜਾਏ, ਇੱਕ ਦਿਨ ਉਹਦੀ ਜ਼ਿੰਦਗੀ ਵਿੱਚ ਇੱਕ ਘਟਨਾ ਘਟਦੀ ਹੈ। ਸਾਧ ਸੰਗਤ ਪਹਿਲਾਂ ਅਭਿਆਸ ਕਰਦਾ ਮੈਨੂੰ ਰੱਬ ਵੇਖ ਰਿਹਾ, ਇੱਕ ਦਿਨ ਘਟਨਾ ਘਟਦੀ, ਉਹ ਖੁਦ ਉਸ ਰੱਬ ਨੂੰ ਵੇਖ ਲੈਂਦਾ ਜਿਹਨੂੰ ਕੋਈ ਵੇਖ ਨਹੀਂ ਸਕਦਾ। ਪਹਿਲਾਂ ਰੱਬ ਦਾ ਯਾਦ ਕਰਦਾ, ਰੱਬ ਮੈਨੂੰ ਵੇਖਦਾ, ਫਿਰ ਇੰਨਾ ਕੁ ਨੇੜੇ ਹੋ ਜਾਂਦਾ, ਇੱਕ ਦਿਨ ਉਹ ਖੁਦ ਰੱਬ ਨੂੰ ਵੇਖ ਲੈਂਦਾ। ਜਿੱਦਣ ਉਹਦੀ ਸੁਰਤ ਵਿੱਚ ਰੱਬ ਦੀ ਝਲਕ ਪੈ ਜਾਏ, ਉਸ ਦਿਨ ਤੋਂ ਬਾਅਦ ਉਹਦੀ ਸੁਰਤ ਦੀ ਸਕੈਨ ਇੰਨੀ ਤੇਜ਼ ਹੋ ਜਾਂਦੀ ਹੈ। ਸਾਧ ਸੰਗਤ ਸੰਤ ਇੱਥੇ ਬੈਠਾ ਹੋਵੇ, ਹਜ਼ਾਰਾਂ ਮੀਲਾਂ ਤੱਕ ਉਹ ਬੰਦੇ ਨੂੰ ਵੇਖ ਲੈਂਦਾ, ਫਲਾਨੀ ਜਗ੍ਹਾ ਤੇ ਕੀ ਹੋ ਰਿਹਾ। ਹੁਣ ਇਹ ਗੱਲਾਂ ਆਮ ਲੋਕਾਂ ਵਿੱਚ ਕਰੋ ਤਾਂ ਉਹ ਇਸ ਚੀਜ਼ ਨੂੰ ਬੁੱਝ ਨਹੀਂ ਸਕਣਗੇ, ਤਰਕ ਕਰਨਗੇ, ਇੱਥੇ ਬੈਠੇ ਬੰਦੇ ਨੂੰ ਉੱਥੇ ਕਿਵੇਂ ਪਤਾ ਲੱਗ ਗਿਆ। ਪਾਤਸ਼ਾਹ ਨੇ ਬਾਣੀ ਅੰਦਰ ਉਦਾਹਰਨਾਂ ਦਿੱਤੀਆਂ, ਕਦੇ ਤੁਸੀਂ ਪੜ੍ਹ ਕੇ ਵੇਖੋ। ਸਾਧ ਸੰਗਤ ਰੱਬ ਦੇ ਨਾਲ ਸੰਤ ਦੀ ਸੁਰਤ ਇੰਨੀ ਕੁ ਨੇੜੇ ਹੋ ਜਾਂਦੀ, ਹਜ਼ੂਰ ਨੇ ਕਿਹਾ ਜਿਵੇਂ ਕੂੰਜ ਦੀ ਆਪਣੇ ਬੱਚਿਆਂ ਨਾਲ ਹੈ। ਉਹ 6 ਮਹੀਨਿਆਂ ਵਾਸਤੇ ਇਲਾਕਾ ਬਦਲ ਲੈਂਦੀ ਹੈ ਗਰਮ ਸਰਦ ਵਿੱਚ, ਤਾਂ ਉਸ ਦੌਰਾਨ ਉਹ ਕੀ ਕਰਦੀ ਹੈ, ਆਪਣੇ ਬੱਚਿਆਂ ਨੂੰ ਆਲਣੇ ਵਿੱਚ ਛੱਡ ਗਈ। ਹੁਣ ਉਹਨਾਂ ਬੱਚਿਆਂ ਦੀ ਪਰਵਰਿਸ਼ ਕੌਣ ਕਰਦਾ ਹੈ? ਪਾਤਸ਼ਾਹ ਨੇ ਕਿਹਾ ਉਹਦੀ ਸੁਰਤ ਹੀ ਉਹਦੀ ਪਰਵਰਿਸ਼ ਕਰ ਰਹੀ। ਸੈਂਕੜੇ ਹਜ਼ਾਰਾਂ ਮੀਲ ਕੁੰਜਾਂ ਦੂਰ ਚਲੀਆਂ ਗਈਆਂ, ਤਾਂ ਵੀ ਕੁੰਜਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ। ਉਹਦੀ ਸੁਰਤ ਕਰਕੇ, ਉਹਦਾ ਧਿਆਨ ਕਰਕੇ ਉਹ ਆਪਣੇ ਬੱਚਿਆਂ ਨੂੰ ਸੁਰਤ ਵਿੱਚ ਚਿੱਤੇ ਰੱਖਦੀਆਂ ਨੇ, ਔਰ ਅੰਡਿਆਂ ਵਿੱਚੋਂ ਆਪਣੇ ਆਪ ਉਹ ਬੱਚਿਆਂ ਦੀ ਪਰਵਰਿਸ਼ ਹੋ ਜਾਂਦੀ। ਇਹਦੇ ਬਾਰੇ ਪਾਤਸ਼ਾਹ ਦੇ ਬਚਨ ਪੜੋ। ਹਜ਼ੂਰ ਕਹਿੰਦੇ ਊਡੇ ਊਡਾਵੇ ਸਹਿ ਕੋਸਾਂ, ਤਿਸ ਪਾਸ਼ੈ ਬਚਰੇ ਸ਼ਰਿਆ। ਤਿਨ ਕਵਣ ਖਲਾਵੇ ਕਵਣ ਚੁਕਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ 10 ਅਸ਼ਟ ਸਿਧਾਨ,
ठाकुर कर तल धरिया, जन नानक बल बल सद वल जाइए, तेरा अंत न पारा वरिया। ਏਦਾਂ ਭਾਈ ਸਰੀਰ ਕਰਕੇ ਜਿਹੜਾ ਸੰਤ ਹੈ ਉਹਦੀ ਰੱਬ ਨਾਲ ਨੇੜਤਾ ਰਹਿੰਦੀ, ਫਿਰ ਉਹਦੇ ਸੁਰਤੀ ਦੀ ਸਕੈਨ ਇੰਨੀ ਵੱਧ ਜਾਂਦੀ ਹੈ, ਜਿਹੜਾ ਉਹਦੀ ਸੁਰਤੀ ਵਿੱਚ ਹੋਵੇ ਉਹ ਹਜ਼ਾਰਾਂ ਮੀਲ ਦੂਰ ਤੱਕ ਸੰਤ ਵੇਖ ਲੈਂਦਾ ਕਿ ਇਹਦੇ ਨਾਲ ਕੀ ਹੋ ਰਿਹਾ। ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੈਠੇ ਹੋ, ਮੈਂ ਪਿਛਲੇ ਸਾਲ ਵੀ ਇਹ ਬੇਨਤੀ ਕੀਤੀ ਸੀ, ਸਾਧ ਸੰਗਤ ਇਹਨਾਂ ਕੋਲ ਇੱਕ ਸਰੀਰ ਉੱਥੇ ਸੇਵਾ ਕਰਨ ਤੋਂ ਬਹੁਤ ਪਿਆਰ ਵਾਲਾ ਪਰਿਵਾਰ ਹੈ। ਉਹਨਾਂ ਦੇ ਘਰ ਵਾਲੇ ਆਰਮੀ ਵਿੱਚ ਸਨ, ਤੋਂ ਕਰਨਲ ਦੀ ਪੋਸਟ ਉੱਤੇ। ਇੱਕੋ ਇੱਕ ਇਹਨਾਂ ਦਾ ਬੇਟਾ ਸੀ, ਉਹ ਉਹਨਾਂ ਦਾ ਬੇਟਾ ਜਿਹੜਾ ਸਾਧ ਸੰਗਤ ਤੋਂ 에ਅਰ ਫੋਰਸ ਵਿੱਚ ਹੋ ਗਿਆ। ਅਜੇ ਉਹਨੂੰ ਹੋਇਆ ਕੋਈ 2 ਸਾਲ ਹੋਏ ਸਨ, ਟ੍ਰੇਨਿੰਗ ਚੱਲ ਰਹੀ ਸੀ। ਤਾਂ ਜਿਹੜੀ ਉਹ ਮਾਈ ਸੀ, ਉਹਨੇ ਰੋਜ਼ ਦਿਨ ਦੇ ਵੇਲੇ ਵਿਹਲੇ ਹੋਣਾ, ਤਾਂ ਉਹਨਾਂ ਦੀ ਪੋਸਟਿੰਗ ਝਾਂਸੀ ਸੀ, ਇਸ ਕਰਕੇ ਮਹਾਰਾਜ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਆ ਜਾਣਾ, ਸਾਰਾ ਦਿਨ ਸੇਵਾ ਕਰਨੀ। ਤਾਂ ਬੜੇ ਪਿਆਰ ਵਿੱਚ ਮਹਾਂਪੁਰਸ਼ਾਂ ਨੇ ਕਈ ਵਾਰ ਉਹ ਮਾਈ ਨੂੰ ਮਾਸੀ ਕਹਿਣਾ, ਮਾਸੀ ਜੀ ਹੈ ਸਾਡੇ। ਤਾਂ ਉਹ ਪਿਛਲੀਆਂ ਕਹਾਣੀਆਂ ਗੱਲਾਂ ਸਭ ਸਾਧੂ ਨੂੰ ਪਤਾ ਹੁੰਦੀ ਪਿਛਲੇ ਜਨਮ। ਤਾਂ ਉਹ ਮਹਾਂਪੁਰਸ਼ਾਂ ਕੋਲ ਮਾਈ ਸੇਵਾ ਕਰੇ। ਇੱਕ ਦਿਨ ਸ਼ਿਖਰ ਦੁਪਹਿਰ ਬਾਬਾ ਜੀ ਆਪਣੀ ਕੁੱਲੀ ਚੋਂ ਆਸਣ ਚੋਂ ਨਿਕਲੇ ਤਾਂ ਸਿੱਧੇ ਲੰਗਰ ਵੱਲ ਚਲੇ ਗਏ। ਕਹਿਣ ਲੱਗੇ ਉਹ ਬੀਬੀ ਕਿੱਥੇ ਹੈ? ਕਰਤਾਰ ਕੌਰ ਸਾਡੇ ਮਾਸੀ। ਉਹ ਸੇਵਾਦਾਰ ਕਹਿੰਦੇ ਜੀ ਉੱਤੇ ਬਰਤਨ ਮਾਂਜਦੇ। ਤਾਂ ਮਹਾਂਪੁਰਸ਼ ਸਿੱਧੇ ਆਏ, ਉਹ ਬੀਬੀ ਬਰਤਨ ਮਾਂਜ ਰਹੀ ਸੀ, ਉਹਨੇ ਬਰਤਨ ਛੱਡ ਦਿੱਤੇ, ਹੱਥ ਜੋੜ ਕੇ ਖਲੋ ਗਈ। ਕਹਿੰਦੀ ਪਿਤਾ ਜੀ ਹੁਕਮ। ਤਾਂ ਉਹ ਕਹਿੰਦੇ ਬੇਟਾ ਛੇਤੀ ਕਰ, ਤੂੰ ਆਪਣੇ ਘਰ ਚਲੀ ਜਾ। ਕਹਿੰਦੇ ਬਾਬਾ ਜੀ ਹੁਕਮ। ਕਹਿੰਦੇ ਹੁਕਮ ਇੱਕੋ ਹੀ ਆ, ਛੇਤੀ ਆਪਣੇ ਘਰ ਪਹੁੰਚ, ਜਿੰਨੀ ਜਲਦੀ ਹੋ ਸਕਦਾ ਆਪਣੇ ਘਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਖੰਡ ਪਾਠ ਸਾਹਿਬ ਰਖਾ ਦੇ। ਉਹ ਮਾਈ ਨੇ ਕਿਹਾ ਜੀ 7 ਵਜੇ। ਉਸੇ ਵਕਤ ਚੱਲ ਪਈ। ਤਾਂ ਉੱਥੋਂ ਕਿਸੇ ਨੇ ਉਹਨੂੰ ਰਾਈਡ ਦਿੱਤੀ, ਉਹ ਸਕੂਟਰ ਤੇ ਬੈਠ ਕੇ ਛੇਤੀ ਆਪਣੇ ਘਰ ਆ ਗਈ। ਆ ਕੇ ਸਿੱਧੀ ਮਹੱਲੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸੀ, ਭਾਈ ਸਾਹਿਬ ਦੇ ਕੋਲ ਗਈ। ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ ਜਿੰਨੀ ਜਲਦੀ ਹੋ ਸਕਦਾ ਆਪਾਂ ਪਾਠ ਰਖਾਉਣਾ। ਤਾਂ ਉਦੋਂ ਦੂਜੇ ਫੋਨ ਨਹੀਂ ਹੁੰਦੇ ਸਨ। ਉਹ ਪਾਠੀ ਦੇ ਕੋਲ ਮਹੱਲੇ ਵਿੱਚ ਦੂਰ ਇੱਕ ਪਾਠੀ ਸੀ, ਉਹਨੂੰ ਉਹ ਸਾਈਕਲ ਤੇ ਸੁਨੇਹਾ ਦੇ ਕੇ ਆਇਆ। ਤਾਂ ਉਹਨੂੰ ਕਿਹਾ ਤੂੰ ਲੈਂਡਲਾਈਨ ਤੋਂ ਫੋਨ ਕਰ ਦੇ ਇੱਕ ਦੋ ਹੋਰ ਪਾਠੀ। ਇੱਦਾਂ ਪ੍ਰਬੰਧ ਕਰਕੇ ਸ਼ਾਮੀ 5 ਵਜੇ ਤੱਕ ਪਾਠੀ ਸਿੰਘਾਂ ਦਾ ਪ੍ਰਬੰਧ ਹੋਇਆ ਔਰ ਸ਼ਾਮ ਨੂੰ 5 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ। ਉਹਨੇ ਫਿਰ ਆਪਣੇ ਘਰ ਵਾਲੇ ਨੂੰ ਵੀ ਸੁਨੇਹਾ ਲਾ ਦਿੱਤਾ, ਕਹਿੰਦੀ ਜੀ ਇਸ ਤਰ੍ਹਾਂ ਪਿਤਾ ਜੀ ਦਾ ਹੁਕਮ ਹੋਇਆ ਬਾਬਾ ਜੀ ਦਾ, ਆਪਾਂ ਪਾਠ ਰਖਾਤਾ। ਉਹ ਵੀ ਆ ਗਿਆ। 3 ਦਿਨ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹੇ। ਸਾਧ ਸੰਗਤ ਹੁਣ ਇੱਕ ਇਹ ਬੇਨਤੀ ਧਿਆਨ ਨਾਲ ਸਮਝਿਓ, ਗੁਰਮਤਿ ਵਿੱਚ ਬਚਨ ਕਮਾਉਣਾ ਬਹੁਤ ਔਖਾ ਹੈ, ਪਰ ਜੇ ਕੋਈ ਬਚਨ ਕਮਾ ਜਾਵੇ ਉਹਦੇ ਨਾਲ ਦਾ ਸੁੱਖ ਵੀ ਦੁਨੀਆ ਵਿੱਚ ਕੋਈ ਨਹੀਂ। ਅਸੀਂ ਲੋਕ ਬਚਨ ਸੁਣ ਕੇ ਉਹਦੇ ਉੱਤੇ ਸਵਾਲ ਕਰੀਦਾ। ਜੇ ਕੋਈ ਕੱਚਾ ਸ਼ਰਧਾਲੂ ਹੋਵੇ ਉਹਨੇ ਪਹਿਲਾਂ ਸਵਾਲ ਕਰਨਾ ਸੀ ਜੀ ਪਾਠ ਕਾਹਦੇ ਵਾਸਤੇ ਰਖਾਉਣਾ, ਨਾਲੇ ਇਹ ਸਵਾਲ ਕਰਨਾ ਸੀ ਇੰਨੀ ਜਲਦੀ ਪਾਠ ਕਿਵੇਂ ਰਖਾ ਦਈਏ, ਸਾਨੂੰ 1-2 ਦਿਨ ਦਾ ਵਕਤ ਦਿਓ। ਉਹ ਮਾਈ ਕਿੰਨੀ ਸ਼ਰਧਾ ਭਾਵਨਾ ਵਿਸ਼ਵਾਸ ਵਾਲੀ ਹੋਏਗੀ, ਉਹਨੇ ਸਾਹਮਣੇ ਕੋਈ ਤਰਕ ਕੋਈ ਸਵਾਲ ਕੋਈ ਕੁਐਸਚਨ ਨਹੀਂ ਕੀਤਾ ਕਿ ਪਾਠ ਕਿਉਂ ਰਖਾਉਣਾ। ਕੋਈ ਸਵਾਲ ਕੋਈ ਤਰਕ ਨਹੀਂ ਕਿ ਜੀ ਪਾਠ ਕਾਹਦੇ ਵਾਸਤੇ ਰਖਾਉਣਾ, ਕਿਉਂ ਰਖਾਉਣਾ, ਕੱਲ ਤੱਕ ਦਾ ਵਕਤ ਦਿਓ। ਨਹੀਂ, ਬਚਨ ਸੁਣਿਆ, ਉਸੇ ਵਕਤ 7 ਵਚਨ ਕਿਹਾ, ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਪਾਠ ਸ਼ਾਮੀ 5 ਵਜੇ ਆਰੰਭ ਹੋਇਆ। 3 ਦਿਨ ਸ਼੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹੇ। ਜਿੱਦਣ ਤੀਜੇ ਦਿਨ ਸ਼ਾਮ ਨੂੰ ਭੋਗ ਪਏ ਅਖੰਡ ਪਾਠ ਸਾਹਿਬ ਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਵਿਦਿਆ ਕੀਤੇ ਪਾਤਸ਼ਾਹ ਨੂੰ ਗੁਰਦੁਆਰਾ ਸਾਹਿਬ ਛੱਡ ਕੇ ਆਏ। ਤਾਂ ਜਦੋਂ ਉਹ 5 ਪਾਠੀ ਵਾਪਸ ਆ ਗਏ, ਆ ਕੇ ਘਰ ਵਿੱਚ ਫਿਰ ਪ੍ਰਸ਼ਾਦਾ ਮਾਈਆਂ ਨੇ ਤਿਆਰ ਕੀਤਾ ਹੋਇਆ ਸੀ। ਉਧਰ ਉਹਨਾਂ 5 ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਪਾਠੀ ਸਿੰਘਾਂ ਨੂੰ, ਤੇ ਉਧਰ ਉਹਦੇ ਘਰ ਵਾਲੇ ਫੋਨ ਉੱਤੇ ਲੈਂਡਲਾਈਨ ਫੋਨ ਆਇਆ। ਉਹ ਫੋਨ ਉਹਦੇ ਬੇਟੇ ਦਾ, ਜਿਹੜਾ ਉਸ ਵਕਤ 에ਅਰ ਫੋਰਸ ਵਿੱਚ ਸੀ। ਤਾਂ ਜਦੋਂ ਉਹ ਮਾਈ ਨੇ ਫੋਨ ਚੁੱਕਿਆ, ਉਹਦੇ ਬੇਟੇ ਨੇ ਅੱਗੋਂ ਮਨ ਭਰ ਲਿਆ, ਅੱਖਾਂ ਭਰ ਕੇ ਆਪਣੀ ਮਾਂ ਨੂੰ ਕਹਿੰਦਾ ਮੰਮਾ ਇੱਕ ਕੰਮ ਕਰਿਓ, ਮੰਮੀ ਜਿੰਨੀ ਜਲਦੀ ਹੋ ਸਕਦਾ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨਾ ਕਰਕੇ ਆਇਓ, ਕਿਉਂਕਿ ਅੱਜ ਦੁਪਹਿਰੇ ਜਦੋਂ ਅਸੀਂ ਉਡਾਨ ਭਰੀ ਜਹਾਜ਼ ਦੀ, ਅਸਮਾਨ ਵਿੱਚ ਹੀ ਜਹਾਜ਼ ਨੂੰ ਅੱਗ ਪੈ ਗਈ, ਜਹਾਜ਼ ਡਿਸਟਰੋਏ ਹੋ ਗਿਆ। ਅਸੀਂ ਉਹ ਇਹ ਦੋਏ ਦੇ ਨਾਲ ਜਿਵੇਂ ਉਤਰਦੇ ਪੈਰਾਸ਼ੂਟ ਨਾਲ, ਉਹ ਕਹਿੰਦੇ ਉਹਦੇ ਨਾਲ ਅਸੀਂ ਦੋਏ ਪਾਇਲਟ ਬਚ ਗਏ, ਸਾਡਾ ਬਾਲ ਵਿੰਗਾ ਨਹੀਂ ਹੋਇਆ ਪਰ ਜਹਾਜ਼ ਸੜ ਗਿਆ ਅਸਮਾਨ।
ਤਾਂ ਉਹ ਮਾਈ ਫੋਨ ਸੁਣਦਿਆਂ ਰੋ ਪਈ। ਉਹਨੇ ਕਿਹਾ, ਬੇਟਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਿਉਂ ਨਹੀਂ ਕਰਨਾ? ਉਹ ਤਾਂ 3 ਦਿਨ ਪਹਿਲੇ ਸਾਡੇ ਘਰ ਵਿੱਚ ਸੀ, ਅੱਜ ਹੁਣ ਸ਼ਾਮੀ ਭੋਗ ਪਿਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹੁਣੇ ਗੁਰਦੁਆਰਾ ਸਾਹਿਬ ਵਿਦਿਆ ਕਰਕੇ ਆਏ। ਤਾਂ ਸਾਧ ਸੰਗਤ ਰਾਤ ਨੂੰ ਉਹ ਦੋਵੇਂ ਕਰਨਲ ਵੀ ਉਹਦੇ ਘਰ ਵਾਲੀ ਫਿਰ ਅਸਥਾਨ ਤੇ ਗਏ। ਤਾਂ ਮਹਾਂਪੁਰਸ਼ਾਂ ਨੂੰ ਜਾ ਕੇ ਅੱਖਾਂ ਭਰ ਕੇ ਇਸ ਤਰ੍ਹਾਂ ਹੱਥ ਜੋੜ ਕੇ ਬੈਠੇ ਰਹੇ। ਮੁਸਕਰਾ ਕੇ ਬਾਬਾ ਜੀ ਕਹਿੰਦੇ, ਕਿਵੇਂ ਪੁੱਤ ਭੋਗ ਪੈ ਗਿਆ ਅਖੰਡ ਪਾਠ ਸਾਹਿਬ ਦੇ? ਕਹਿੰਦੇ ਹਾਂਜੀ। ਕਹਿੰਦੇ ਬਸ ਭਲਾ ਹੋਇਆ। ਕਹਿੰਦੇ ਭਲਾ ਹੋਇਆ, ਬਸ ਇੰਨੀ ਗੱਲ ਬੇਟਾ, ਭਲਾ ਹੋਇਆ। ਤਾਂ ਉਹ ਮਾਈ ਰੋ ਪਈ, ਕਹਿੰਦੀ ਜੀ ਤੁਹਾਨੂੰ ਸਭ ਕੁਝ ਪਤਾ ਸੀ? ਕਹਿੰਦੇ ਬੇਟਾ ਬਸ ਭਲਾ ਹੋਇਆ। ਅੱਗੇ ਕੋਈ ਜਵਾਬ ਨਹੀਂ। ਸੰਤ ਨੂੰ ਅੱਗੇ ਆਉਣ ਵਾਲੇ ਕਈ ਘੰਟਿਆਂ ਤੱਕ ਪਤਾ ਲੱਗ ਜਾਂਦਾ ਅੱਗੇ ਕੀ ਹੋਣਾ। ਇਹ ਸਰੀਰ ਧਾਰੀ ਸੰਤ ਜਿਹਦੀ ਸੁਰਤ ਰੱਬ ਵਿੱਚ ਮਿਲ ਜਾਏ ਉਹਨੂੰ ਸਭ ਕੁਝ ਪਤਾ ਹੈ। ਪਰ ਸਾਧ ਸੰਗਤ ਉਹ ਇੱਕ ਨਿਯਮ ਵਿੱਚ ਰਹਿੰਦਾ ਹੈ, ਕਿਸੇ ਨੂੰ ਖੋਲ ਕੇ ਦੱਸਣ ਦਾ ਉਹਨੂੰ ਹੁਕਮ ਨਹੀਂ। ਜਿਹੜੇ ਲੋਕ ਬਾਰ-ਬਾਰ ਪੁੱਛੀ ਜਾਣ ਵੇ ਜੀ ਆਹ ਕਿਵੇਂ, ਸੰਤ ਇਸ਼ਾਰੇ ਵਿੱਚ ਗੱਲ ਕਰਦਾ। ਕੋਈ ਬਚਨ ਮੰਨ ਲੈ ਤੇ ਉਹਦਾ ਭਲਾ, ਤੇ ਸਾਧ ਸੰਗਤ ਬਚਨ ਨਾ ਮੰਨੇ ਤਾਂ ਉਹ ਉਹਦੀ ਜ਼ਿੰਮੇਵਾਰੀ ਹੈ, ਸੰਤ ਦੀ ਜ਼ਿੰਮੇਵਾਰੀ ਨਹੀਂ। ਉਹਨੂੰ ਕੋਈ ਅਧਿਕਾਰ ਨਹੀਂ ਕਿਸੇ ਸੰਤ ਨੂੰ ਉਹ ਤੁਹਾਡੇ ਨਾਲ ਵਾਪਰਨ ਵਾਲੀ ਗੱਲ ਨੂੰ ਸਾਫ਼ ਸ਼ਬਦਾਂ ਵਿੱਚ ਕਵੇ। ਕਰੋੜਾਂ ਵਿੱਚੋਂ ਕਿਤੇ ਇੱਕ ਵਾਰ ਹੁੰਦਾ ਜਦੋਂ ਸੰਤ ਨੂੰ ਸਾਫ਼ ਸ਼ਬਦਾਂ ਵਿੱਚ ਕਹਿਣਾ ਪੈਂਦਾ, ਨਹੀਂ ਤੇ ਸੰਤ ਜਦੋਂ ਵੀ ਗੱਲ ਕਰਦਾ ਉਹ ਪੜ੍ਹਦੇ ਵਿੱਚ ਗੱਲ ਕਰੇ, ਸਾਫ਼ ਸ਼ਬਦਾਂ ਵਿੱਚ ਨਹੀਂ। ਕਿਸੇ ਨੂੰ ਸਿੱਧਾ ਨਹੀਂ ਦੱਸੇਗਾ ਤੇਰੇ ਨਾਲ ਆਹ ਕੁਝ ਹੋਣਾ, ਨਹੀਂ ਤੇ ਲੋਕ ਕਰਾਮਾਤਾਂ ਸਮਝਣ ਲੱਗ ਜਾਣਗੇ। ਸਾਧ ਸੰਗਤ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ, ਕਰਮ ਧਰਮ ਜਪ ਤਪ ਨਾਲੋਂ ਉੱਚੀ ਇੱਕ ਚੀਜ਼ ਹੈ। ਉਹ ਪਤਾ ਕੀ? ਜੇ ਕੋਈ ਜਪਣ ਵਾਲੇ ਕਰਮ ਕਮਾਉਣ ਵਾਲੇ ਸੰਤ ਦਾ ਬਚਨ ਕਮਾ ਲੈ। ਹੁਣ ਇਹਦੇ ਉੱਤੇ ਵੀ ਕਈ ਵਾਰ ਸਾਨੂੰ ਤਰਕ ਹੁੰਦਾ ਕਿ ਜੀ ਜਪ ਤਪ ਸੰਜਮ ਨਾਲੋਂ ਕਰਮ ਨਾਲੋਂ ਵੀ ਉੱਚਾ ਕੋਈ ਕਰਮ ਹੈ। ਪਾਤਸ਼ਾਹ ਨੇ ਕਿਹਾ ਤੂੰ ਅਜੇ ਕਮਾਇਆ ਨਹੀਂ, ਪਰ ਜਿਸ ਨੇ ਰੱਬ ਦਾ ਹੁਕਮ ਕਮਾ ਲਿਆ ਚੰਗੀ ਤਰ੍ਹਾਂ, ਜਾਂ ਤੂੰ ਉਹਦਾ ਬਚਨ ਕਮਾ ਲਿਆ ਕਰ, ਉਹ ਤੇਰੇ ਕਮਾਏ ਹੋਏ ਕਰਮ ਧਰਮ ਨਾਲੋਂ ਵੀ ਉੱਪਰ ਕੰਮ ਕਰ ਜਾਏਗਾ। ਕਿਸੇ ਕਰਮ ਧਰਮ ਕਮਾਉਣ ਵਾਲੇ ਸੰਤ ਦਾ ਬਚਨ ਕਮਾ ਲਿਆ ਕਰ। ਕਿਤੇ ਲਿਖਿਆ ਹੋਇਆ ਤਾਂ ਬਚਨ ਪੜੋ। ਹਜ਼ੂਰ ਨੇ ਕਿਹਾ, ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਅਗਲੀ ਪੰਕਤੀ, ਸੰਤੋ ਸਾਗਰ ਪਾਰੋ ਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਬਚਨ ਕਮਾ ਲਵੇ ਕਿਸੇ ਸੰਤ ਦਾ, ਇੱਕ ਵਾਰ ਪੜੋ ਸਾਰੇ ਪਿਆਰ ਨਾਲ, ਸੋ ਗੁਰ ਪ੍ਰਸਾਦੀ ਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸਾਗਰ ਪਾਰੋ ਤਰੀਐ ਸੰਤੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ ਤਰੀ ਸੰਤੋ ਸਾਗਰ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ, ਜੇ ਕੋ ਬਚਨ ਕਮਾਵੇ, ਸੋ ਗੁਰ ਪ੍ਰਸਾਦੀ ਤਰੀਐ ਸੰਤੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ ਤਰੀਐ ਸੰਤੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ ਤਰੀਐ ਸੰਤੋ, ਸਾਗਰ। ਕਾਹਦੇ ਨਾਲ ਜੀ? ਜੇ ਕੋ ਬਚਨ ਕਮਾਵੇ ਸੰਤਨ ਕਾ, ਕਿਉਂਕਿ ਉਹਨੇ ਰੱਬ ਦਾ ਬਚਨ ਕਮਾ ਲਿਆ। ਆਪਾਂ ਉਹ ਬਚਨ ਕਮਾਉਣ ਦੇ ਯੋਗ ਨਹੀਂ, ਪਰ ਜੇ ਆਪਾਂ ਜਪਣ ਵਾਲਿਆਂ ਦਾ ਕਮਾ ਲਈਏ ਸਾਧ ਸੰਗਤ, ਫਿਰ ਆਪਾਂ ਵੀ ਪਾਰ ਲੰਘ ਸਕਦੇ। ਹੁਣ ਇਹਦੀ ਇੱਕ ਬੇਨਤੀ ਸਮਝ,
ਕੁਝ ਰੀਤ ਕੁਝ ਸ਼ਬਦ ਇਸ ਤਰ੍ਹਾਂ ਦੇ, ਸੌਖੀ ਜਿਹੀ ਗੱਲ, ਜਿਹਦੇ ਉੱਤੇ ਕਿਸੇ ਪਹਿਲਾਂ ਕੀਰਤਨੀਏ ਨੇ ਮਿਹਨਤ ਕਰਕੇ ਉਹ ਰੀਤ ਬਣਾਈ, ਉਹ ਰਾਗ ਉੱਤੇ ਸ਼ਬਦ ਉੱਤੇ ਉਹਨੇ ਕਈ ਕਈ ਘੰਟੇ ਮਿਹਨਤ ਕੀਤੀ, ਤੇ ਕਈ ਵਾਰ ਉਸੇ ਸ਼ਬਦ ਨੂੰ ਕੋਈ 2 4 10 ਵਾਰ ਸੁਣ ਕੇ ਸੇਮ ਰੀਤ ਹਾਰਮੋਨੀਅਮ ਤੇ ਗਾ ਦਿੰਦਾ। ਉਹਨੂੰ ਉਨੀ ਮਿਹਨਤ ਕਰਨ ਦੀ ਲੋੜ ਨਹੀਂ ਜਿੰਨੀ ਪਹਿਲਾਂ ਕਿਸੇ ਨੇ ਉਹਦੇ ਉੱਤੇ ਕੀਤੀ ਹੈ। ਏਦਾਂ ਅਕਾਲ ਪੁਰਖ ਰੱਬ ਦਾ ਨਾਮ ਜਿਹਨੇ ਪਹਿਲਾਂ ਜਪ ਕੇ ਕਮਾ ਲਿਆ, ਉਸ ਕਮਾਈ ਕਰਨ ਵਾਲੇ ਦਾ ਕੋਈ ਬਚਨ ਮੰਨ ਲੈ ਤੇ ਸਾਧ ਸੰਗਤ ਉਹ ਦੁਨਿਆਵੀ ਬੰਦੇ ਦਾ ਭਲਾ ਹੋ ਸਕਦਾ, ਜੇ ਕੋਈ ਉਸ ਕਮਾਈ ਵਾਲੇ ਦਾ ਬਚਨ ਮੰਨ ਲੈ। ਪਰ ਸੰਤ ਨੂੰ ਇੱਕ ਹੁਕਮ ਹੈ, ਉਹ ਕਦੇ ਵੀ ਸਾਫ਼ ਸ਼ਬਦਾਂ ਵਿੱਚ ਨਹੀਂ ਕਹੇਗਾ। ਉਹਨੇ ਜੋ ਕੁਝ ਕਹਿਣਾ ਪੜ੍ਹਦੇ ਵਿੱਚ ਕਹਿਣਾ। ਕੋਈ ਸਮਝਣ ਵਾਲਾ ਸਮਝੇ ਉਹਦਾ ਭਲਾ, ਨਾ ਮੰਨੇ ਫਿਰ ਉਹਦੇ ਕਰਮ। ਸਾਧੂ ਨੇ ਉਹਦਾ ਭਲਾ ਕਰਨਾ, ਪਰ ਉਹ ਸਾਫ਼ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ। ਕਿਉਂ? ਸਾਫ਼ ਕਹਿ ਕੇ ਉਹ ਰੱਬ ਦਾ ਸ਼ਰੀਕ ਨਹੀਂ। ਹਾਂ, ਤੁਹਾਡੇ ਭਲੇ ਵਾਸਤੇ ਇਸ਼ਾਰਾ ਕਰੇਗਾ, ਤੁਹਾਡੇ ਭਲੇ ਲਈ ਆਪਣੇ ਜਪ ਤਪ ਦੀ ਅਰਦਾਸ ਕਰੇਗਾ। ਸਾਹਮਣੇ ਵਾਲੇ ਦੀ ਜਿੰਨੀ ਆਸਥਾ ਭਾਵਨਾ ਪ੍ਰੇਮ ਵਿਸ਼ਵਾਸ ਹੋਵੇ ਉਨਾ ਉਹਦਾ ਭਲਾ ਹੋ ਜਾਏਗਾ। ਮੈਨੂੰ ਯਾਦ ਹੈ ਇੱਕ ਪ੍ਰੇਮ ਵਾਲੇ, ਉਹ ਮਾਈ ਮਹਾਂਪੁਰਸ਼ਾਂ ਕੋਲ ਗਈ ਤੇ ਜਾਂਦਿਆਂ ਰੋਣ ਲੱਗ ਪਈ। ਨਾਲ ਉਹਦਾ ਨੌਜਵਾਨ ਲੜਕਾ ਇੱਕ ਪੁਰਾਣੇ ਜਿਹੇ ਸਕੂਟਰ ਉੱਤੇ ਗਏ। ਇਹ ਕਈ ਵਾਰ ਮੈਂ ਲਾਈਵ ਟੈਲੀਵਿਜ਼ਨ ਤੋਂ ਕਥਾ ਸੁਣਾਈ। ਹੁਣ ਕੁਝ ਕਥਾਵਾਂ ਸੁਣਾਉਣ ਲੱਗਿਆਂ ਡਰ ਲੱਗਦਾ, ਕਿਉਂਕਿ ਅਸੀਂ ਸਿੱਖ ਜਿਹੜੇ ਉਹ ਜ਼ਿਆਦਾ ਤਰਕ ਕਰਨ ਲੱਗ ਪਏ, ਆਹ ਵੀ ਗਲਤ ਹੈ ਜੀ, ਆਹ ਵੀ ਗਲਤ ਹੈ। ਸਾਧ ਸੰਗਤ ਜਦੋਂ ਉਹ ਮਹਾਂਪੁਰਸ਼ਾਂ ਦੇ ਅਸਥਾਨ ਤੇ ਗਈ ਤਾਂ ਉਹ ਮਾਈ ਨੌਜਵਾਨ ਲੜਕਾ ਉਹਦੇ ਨਾਲ ਪੁਰਾਣੇ ਜਿਹੇ ਸਕੂਟਰ ਉੱਤੇ ਗਏ, ਜਾਂਦਿਆਂ ਰੋਣ ਲੱਗ ਪਈ। ਕਹਿੰਦੀ ਬਾਬਾ ਜੀ ਸਾਡੇ ਵੀ ਕਿਤੇ ਦਿਨ ਫਿਰਨਗੇ, ਮਹਾਰਾਜ ਸਾਡੀ ਵੀ ਕਦੇ ਗਰੀਬੀ ਦੂਰ ਹੋਏਗੀ, ਮੇਰੇ ਘਰ ਵਿੱਚੋਂ ਵੀ ਕਦੇ ਦੁੱਖ ਦਲਿੱਦਰ ਜਾਣਗੇ। ਜਦੋਂ ਉਹ ਅੱਖਾਂ ਭਰ ਕੇ ਰੋਣ ਲੱਗ ਪਈ ਤਾਂ ਸਾਧੂ ਦਾ ਦਿਲ ਸਾਧ ਸੰਗਤ ਮੋਮ ਵਰਗਾ ਨਰਮ ਹੁੰਦਾ, ਉਹ ਦੂਜੇ ਦਾ ਦੁੱਖ ਦੇਖ ਕੇ ਪਿਘਲ ਜਾਂਦਾ ਇੱਕਦਮ। ਜਦੋਂ ਉਹ ਮਾਈ ਨੂੰ ਰੋਂਦਿਆਂ ਵੇਖਿਆ, ਮਹਾਂਪੁਰਸ਼ਾਂ ਕਿਹਾ ਭਾਈ ਕਿਉਂ ਨਹੀਂ ਹੋਏਗਾ, ਅਕਾਲ ਪੁਰਖ ਸਭ ਦਾ ਭਲਾ ਕਰਦਾ, ਤੇਰੇ ਵੀ ਵੀਬਾ ਦਿਨ ਫਿਰਨਗੇ। ਤਾਂ ਉਹ ਮਾਈ ਕਹਿੰਦੀ ਬਾਬਾ ਜੀ ਪਹਿਲਾਂ ਸਿਰ ਦਾ ਸਾਈਂ ਪਤੀ ਇੰਨੇ ਸਾਲ ਹੋ ਗਏ ਚਲਾ ਗਿਆ, ਘਰ ਵਿੱਚੋਂ ਗਰੀਬੀ ਨਹੀਂ ਗਈ, ਘਰ ਦੇ ਅੰਦਰ ਦਲਿੱਦਰ ਹੈ, ਆਹ ਲੜਕਾ ਪੜਿਆ ਹੋਇਆ ਇਹਨੂੰ ਨੌਕਰੀ ਨਹੀਂ ਮਿਲਦੀ, ਮੇਰੇ ਸਿਰ ਤੇ ਕਰਜ਼ਾ ਚੜਿਆ, ਲੜਕੀ ਵਿਆਹੁਣ ਵਾਲੀ ਹੈ, ਦੱਸੋ ਮਹਾਂਪੁਰਸ਼ੋ ਮੇਰੇ ਘਰ ਵਿੱਚੋਂ ਵੀ ਗਰੀਬੀ ਚਲੇ ਜਾਏ, ਮੇਰਾ ਭਲਾ ਕਰੋ। ਤਾਂ ਮਹਾਂਪੁਰਸ਼ਾਂ ਨੇ ਉਸ ਮਾਈ ਵੱਲ ਵੇਖਿਆ, ਉਹਦੇ ਲੜਕੇ ਵੱਲ ਵੇਖਿਆ, ਇੱਕਦਮ ਉਹ ਚੁੱਪ ਕਰ ਗਏ। ਤਾਂ ਫਿਰ ਉਹ ਮਾਈ ਵੀ 2-3 ਮਿੰਟ ਚੁੱਪ ਬੈਠੀ ਰਹੀ। ਮਹਾਂਪੁਰਸ਼ਾਂ ਨੇ ਫਿਰ ਆਪਣੇ ਖੀਸੇ ਵਿੱਚੋਂ ਇਸ ਤਰ੍ਹਾਂ ਪੈਸੇ ਕੱਢੇ, 50 ਰੁਪਏ 50 ਰੁਪਏ ਕੱਢ ਕੇ ਉਹਦੇ ਲੜਕੇ ਨੂੰ ਦਿੱਤੇ। ਕਹਿੰਦੇ ਲੈ ਬੇਟਾ ਕਿਰਤ ਕਰੋ, ਆਪੇ ਗੁਰੂ ਨਾਨਕ ਸਾਹਿਬ ਬਰਕਤ ਪਾਉਣਗੇ, ਆਹ ਪੈਸੇ ਰੱਖ, ਕਿਰਤ ਕਰੋ, ਗੁਰੂ ਨਾਨਕ ਸਾਹਿਬ ਬਰਕਤ ਪਾਉਣਗੇ। ਅੱਗੋਂ ਉਹ ਮਾਈ ਜਿਹੜੀ, ਦੇਖੋ ਕਰਮ ਭਾਗ ਮਾੜੇ, ਉਸ ਮਾਈ ਨੇ ਆਪਣੇ ਲੜਕੇ ਦੇ ਹੱਥੋਂ 50 ਰੁਪਏ ਖੋ ਲਏ, ਉਹ ਪੈਸੇ ਖੋ ਕੇ ਵਾਪਸ ਕਰਨ ਲੱਗ ਪਈ। ਕਹਿੰਦੀ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ, ਮਹਾਂਪੁਰਸ਼ੋ ਤੁਹਾਤੋਂ ਥੋੜੀ ਪੈਸੇ ਲੈਣੇ, ਉਹ ਕਿਰਪਾ ਕਰੋ ਸਾਡੀ ਗਰੀਬੀ ਦੂਰ ਹੋਵੇ, ਨਾਲੇ 50 ਰੁਪਈਆ ਨਾਲ ਕੀ ਬਣਨਾ, ਸਾਡੇ ਸਿਰ ਤਾਂ ਕਰਜ਼ਾ ਇੰਨਾ, ਸਾਡੇ ਘਰ ਤਾਂ ਗਰੀਬੀ। ਤਾਂ ਉਹ ਮਹਾਂਪੁਰਸ਼ ਅੱਗੋਂ ਬੋਲੇ ਨਹੀਂ, ਕਹਿੰਦੇ ਨਹੀਂ ਲੈਣੇ ਭਾਈ ਤੇਰੀ ਮਰਜ਼ੀ ਹੈ। ਤਾਂ ਉਹ ਮਾਈ ਉੱਠ ਕੇ ਚਲੀ ਗਈ। ਸਾਧੂ ਨੂੰ ਫਿਰ ਮਨ ਵਿੱਚ ਦਇਆ ਆਈ, ਉਹ ਮਹਾਂਪੁਰਸ਼ਾਂ ਨੇ ਆਪਣਾ ਸੇਵਾਦਾਰ ਘੱਲਿਆ ਗੜਵਈ, ਕਹਿੰਦੇ ਉਹ ਮਾਈ ਨੂੰ ਨਾ ਬੁਲਾ ਕੇ ਲਿਆਈ, ਉਹਦੇ ਲੜਕੇ ਨੂੰ ਬੁਲਾ ਕੇ ਲਿਆ। ਤਾਂ ਉਹ ਸੇਵਾਦਾਰ ਮਗਰ ਗਿਆ ਜੀ, ਉਹ ਨੌਜਵਾਨ ਲੜਕੇ ਨੂੰ ਬੁਲਾ ਲਿਆਂਦਾ, ਮਾਈ ਨੂੰ ਕਿਹਾ ਤੂੰ ਇੱਥੇ ਰਹਿ, ਤੇਰੇ ਲੜਕੇ ਨੂੰ ਸੱਦਿਆ। ਤਾਂ ਲੜਕੇ ਨੂੰ ਵਾਪਸ ਆਪਣੀ ਕੁੱਲੀ ਵਿੱਚ ਮਹਾਂਪੁਰਸ਼ਾਂ ਬੁਲਾਇਆ, ਫਿਰ ਉਹੀ ਉਹ 50 ਰੁਪਏ ਉਹਨੂੰ ਵਾਪਸ ਦਿੱਤੇ। ਕਹਿੰਦੇ ਲੈ ਬੇਟਾ ਆਪਣੀ ਮਾਂ ਨੂੰ ਨਾ ਦੱਸੀ, ਇਹਨੂੰ ਸਾਂਭ ਕੇ ਰੱਖ, ਕਿਰਤ ਕਰਿਆ ਕਰ, ਆਪੇ ਗੁਰੂ ਨਾਨਕ ਸਾਹਿਬ ਨਜ਼ਰ ਕਰਨਗੇ। ਤਾਂ ਹੁਣ ਮਹਾਂਪੁਰਸ਼ਾਂ 50 ਰੁਪਏ ਫਿਰ ਦੇਤੇ, ਉਹ ਲੜਕਾ ਚਲਾ ਗਿਆ। ਤੇ ਸਾਧ ਸੰਗਤ ਜਦੋਂ ਉਹ ਆਪਣਾ ਸਕੂਟਰ ਉੱਥੋਂ ਤੋਰਨ ਲੱਗਾ, ਉਹ ਮਾਈ ਨੇ ਫਿਰ ਪੁੱਛ ਲਿਆ ਆਪਣੇ ਲੜਕੇ ਤੋਂ, ਕਹਿੰਦੀ ਕਿਉਂ ਸੱਦਿਆ ਸੀ ਤੈਨੂੰ ਬਾਬਾ ਜੀ ਨੇ, ਮਹਾਂਪੁਰਸ਼ਾਂ ਨੇ ਕਿਉਂ ਬੁਲਾਇਆ? ਤਾਂ ਉਹਨੇ ਦੱਸ ਦਿੱਤਾ, ਕਹਿੰਦਾ ਮਹਾਂਪੁਰਸ਼ਾਂ ਨੇ ਨਾ ਮੈਨੂੰ 50 ਰੁਪਏ ਫਿਰ ਦਿੱਤੇ ਬੇਬੇ, ਉਹ ਕਹਿੰਦੇ ਦੱਸੀ ਨਾ ਆਪਣੀ ਮਾਂ ਨੂੰ, 50 ਰੁਪਏ ਮੇਰੀ ਫਿਰ ਜੇਬ ਵਿੱਚ ਪਾ ਦਿੱਤੇ। ਤਾਂ ਉਹ ਮਾਈ ਦੇ ਕਰਮ ਭਾਗ ਮਾੜੇ, ਉਹਨੇ ਫਿਰ ਉਹ ਲੜਕੇ ਦੀ ਜੇਬ ਚੋਂ 50 ਰੁਪਏ ਕੱਢ ਲਏ। ਤਾਂ ਕੱਢ ਕੇ ਕਹਿੰਦੀ ਬਾਬਿਆਂ ਤੋਂ ਥੋੜੀ ਪੈਸੇ ਲਈਦੇ, ਮੈਂ ਮੋੜ ਕੇ ਆਉਣੀ ਆ, ਤੂੰ ਜਾਨੂੰ ਸਕੂਟਰ ਮੋੜ। ਉਹ 50 ਰੁਪਏ ਵਾਪਸ ਕਰਨ ਆ ਗਏ। ਇੰਨੇ ਨੂੰ ਮਹਾਂਪੁਰਸ਼ਾਂ ਨੇ ਪੈਰਾਂ ਵਿੱਚ ਸ਼ੂ ਪਾਏ ਤੇ ਅਜੇ ਨਿਕਲੇ ਸੀ ਸੈਰ ਕਰਨ ਵਾਸਤੇ, ਉਹ ਮਾਈ ਫਿਰ ਪਿੱਛਾ ਮੁੜ ਗਈ।
ਤਾਂ ਉਹਦਾ ਲੜਕਾ ਸਕੂਟਰ ਮੋੜਨ ਲੱਗ ਪਿਆ। ਜਾ ਕੇ ਮਹਾਂਪੁਰਸ਼ਾਂ ਨੂੰ 50 ਰੁਪਏ ਮੋੜਨ ਲੱਗ ਪਈ। ਕਹਿੰਦੀ ਬਾਬਾ ਜੀ ਤੁਸੀਂ ਫਿਰ ਲੜਕੇ ਨੂੰ ਪੈਸੇ ਦੇ ਦਿੱਤੇ। 50 ਰੁਪਏ ਤੁਹਾਡੇ ਤੋਂ ਥੋੜੀ ਪੈਸੇ ਲੈਣੇ, ਬਾਬਾ ਜੀ ਮਹਾਂਪੁਰਸ਼ਾਂ ਤੋਂ ਥੋੜੇ ਪੈਸੇ ਲਈਦੇ, ਆ ਲਓ ਤੁਸੀਂ ਆਪਣੇ ਪੈਸੇ। ਤਾਂ ਮਹਾਂਪੁਰਸ਼ਾਂ ਨੇ ਇੱਕੋ ਵਾਰ ਨਜ਼ਰ ਉੱਪਰ ਚੁੱਕ ਕੇ ਵੇਖਿਆ, ਕਹਿੰਦੇ ਬੀਬਾ ਨਹੀਂ ਲੈਣੇ, ਇੱਥੇ ਰੱਖ ਦੇ। ਤਾਂ ਉਹ ਛੋਟਾ ਜਿਹਾ ਟੇਬਲ ਉੱਤੇ ਰੱਖ ਤੇ ਹਵਾ ਚੱਲੀ, ਉਹ ਪੈਸੇ ਉੱਡ ਗਏ। ਸੇਵਾਦਾਰ ਨੇ ਚੁੱਕ ਲਏ ਹੋਣੇ। ਇੰਨੇ ਨੂੰ ਉਹਦਾ ਜਿਹੜਾ ਲੜਕਾ ਸੀ ਉਹਦੇ ਦਿਮਾਗ ਵਿੱਚ ਆਇਆ, ਜਿੰਨੀ ਦੇਰ ਬੇਬੇ ਆਉਂਦੀ ਹੈ ਉਨੀ ਦੇਰ ਮੈਂ ਸਕੂਟਰ ਸੜਕ ਪਾਰ ਕਰਕੇ ਖੜਾ ਕਰ ਲਾਂ, ਕਿਉਂਕਿ ਦੂਜੇ ਪਾਸੇ ਨੂੰ ਜਾਣਾ। ਉਹਦੀ ਸੁਰਤ ਵਿੱਚ ਉਹ ਖਿਆਲ ਆਇਆ। ਉਹ ਲੜਕੇ ਨੇ ਸਕੂਟਰ ਜਦੋਂ ਸੜਕ ਪਾਰ ਕਰਨ ਲੱਗਾ, ਦੂਜੇ ਪਾਸਿਓਂ ਤੇਜ਼ ਰਫ਼ਤਾਰ ਵਿੱਚ 4 ਵੀਲਰ ਆਇਆ। ਇੰਨੀ ਜ਼ੋਰ ਦੀ ਫੇਟ ਵੱਜੀ, ਉੱਪਰੋਂ 4 ਵੀਲਰ ਲੰਘ ਗਿਆ, ਥਾਂ ਤੇ ਮੌਤ ਹੋ ਗਈ। ਰੌਲਾ ਪੈ ਗਿਆ, ਐਕਸੀਡੈਂਟ ਹੋ ਗਿਆ, ਐਕਸੀਡੈਂਟ ਹੋ ਗਿਆ, ਕੋਈ ਬੰਦਾ ਮਰ ਗਿਆ। ਲੋਕ ਇਕੱਠੇ ਹੋ ਗਏ। ਉਹ ਮਾਈ ਕੋਲ ਪਹੁੰਚੀ, ਉਹਨੇ ਵੇਖਿਆ ਤੇ ਮੇਰਾ ਲੜਕਾ। ਰੌਲਾ ਧਾਹਾਂ ਮਾਰਨ ਲੱਗ ਪਈ, ਰੌਲਾ ਪਾਇਆ, ਰੋਣ ਲੱਗ ਪਏ। ਸੇਵਾਦਾਰ ਲੋਕ ਇਕੱਠੇ ਹੋ ਗਏ। ਸੇਵਾਦਾਰ ਮਹਾਂਪੁਰਸ਼ਾਂ ਨੂੰ ਕਹਿੰਦਾ ਬਾਬਾ ਜੀ ਉਹ ਐਕਸੀਡੈਂਟ ਹੋ ਗਿਆ ਬਾਹਰ ਕਿਸੇ ਦਾ। ਮਹਾਂਪੁਰਸ਼ ਕਹਿੰਦੇ ਭਾਈ ਆਪਾਂ ਕੀ ਕਰ ਸਕਦੇ। ਤਾਂ ਇੰਨਾ ਕਹਿ ਕੇ ਬਾਬਾ ਜੀ ਦੂਰ ਪਰਲੇ ਪਾਸੇ ਖੇਤਾਂ ਵੱਲ ਸੈਰ ਨਿਕਲ ਰਹੇ ਸੀ। ਉਹ ਮਾਈ ਰੋਂਦਿਆਂ ਧਾਹਾਂ ਮਾਰਦਿਆਂ ਮਗਰ ਗਈ। ਜਾ ਕੇ ਹੱਥ ਜੋੜ ਕੇ ਕਹਿੰਦੀ ਬਾਬਾ ਜੀ ਮੈਂ ਲੁੱਟੀ ਗਈ। ਮੇਰਾ ਸਿਰ ਦਾ ਉਹ ਬੱਚਾ ਜਿਹਦੇ ਸਿਰ ਤੇ ਮੈਂ ਜੀਵਨ ਕੱਟਿਆ, ਘਰ ਵਾਲਾ ਮਰਨ ਤੋਂ ਬਾਅਦ ਮੈਂ ਪੁੱਤ ਦੇ ਸਿਰ ਤੇ ਉਮਰ ਕੱਟੀ, ਉਹ ਐਕਸੀਡੈਂਟ ਹੋ ਕੇ ਮਰ ਗਿਆ। ਅਸੀਂ ਤਾਂ ਗਰੀਬੀ ਮਿਟਾਉਣ ਆਏ ਸੀ, ਆ ਕੀ ਹੋ ਗਿਆ। ਮਹਾਂਪੁਰਸ਼ਾਂ ਕਿਹਾ ਬੀਬਾ ਤੇਰੇ ਭਾਗ ਮਾੜੇ ਨੇ, ਅਸੀਂ ਕੀ ਕਰ ਸਕਦੇ। ਤੇਰੇ ਭਾਗ ਮਾੜੇ, ਅਸੀਂ ਕੀ ਕਰ ਸਕਦੇ। ਮਾਈ ਤੇਰੇ ਲੜਕੇ ਨੂੰ 2 ਵਾਰ 50 ਰੁਪਏ ਦਿੱਤੇ ਨੇ, ਹੁਣ ਅਸੀਂ ਕੀ ਕਰੀਏ। ਜਦੋਂ ਤੂੰ ਪਹਿਲਾਂ ਆ ਕੇ ਰੋਈ ਸੀ ਬਾਬਾ ਜੀ ਸਾਡੀ ਵੀ ਕਦੇ ਗਰੀਬੀ ਦਲਿੱਦਰ ਦੂਰ ਹੋਏਗਾ, ਕਹਿੰਦੇ ਉਦੋਂ ਹੀ ਨਜ਼ਰ ਮਾਰ ਕੇ ਸਾਨੂੰ ਦਿਖ ਗਿਆ ਸੀ ਤੇਰੇ ਲੜਕੇ ਦੀ ਉਮਰ ਹੀ 20 ਮਿੰਟ ਬਾਕੀ ਹੈ, ਇਹਨੇ 20 ਮਿੰਟਾਂ ਬਾਅਦ ਮਰ ਜਾਣਾ, ਤੇਰੀ ਗਰੀਬੀ ਕਿੱਥੋਂ ਦੂਰ ਹੋਏਗੀ। ਕਹਿੰਦੇ ਮਾਈ ਅਸੀਂ ਉਹ ਜਿਹੜੇ 50 ਰੁਪਏ ਦਿੰਦੇ ਸੀ ਉਹ 50 ਰੁਪਏ ਨਹੀਂ ਸੀ, ਉਹ 50 ਸਾਲ ਦੀ ਉਮਰ ਸੀ ਗੁਰੂ ਨਾਨਕ ਦੇ ਘਰੋਂ ਦੇ ਰਹੇ। ਤੈਨੂੰ ਸਮਝ ਨਹੀਂ ਆਈ ਅਸੀਂ ਕੀ ਕਰੀਏ। ਅਸੀਂ ਤਾਂ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਉਹਨੂੰ ਦੇ ਰਹੇ ਸੀ, ਤੇਰੇ ਭਾਗ ਮਾੜੇ ਨੇ। ਉਹ ਮਾਈ ਰੋ ਰਹੇ ਸੀ। ਮਹਾਂਪੁਰਸ਼ਾਂ ਕਿਹਾ ਹੁਣ ਨਹੀਂ ਕੁਝ ਵੀ ਹੋ ਸਕਦਾ। ਸਾਧ ਸੰਗਤ ਤੇ ਗੱਲ ਸੱਤ ਹੈ, ਜੇ ਕੋਈ ਬਚਨ ਕਮਾ ਲਵੇ ਤੇ ਬੜਾ ਵੱਡਾ ਲਾਭ ਹੋ ਜਾਂਦਾ। ਜੇ ਕੋਈ ਚੁਸਤੀ ਚਲਾਕੀ ਕਰੇ, ਅੱਗੋਂ ਅਸੀਂ ਆਪਣੀ ਸਿਆਣਪ ਵਰਤਦੇ। ਤਾਂ ਮਹਾਰਾਜ ਨੇ ਕਿਹਾ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਪੜੋ ਇੱਕ ਵਾਰ ਪਿਆਰ ਨਾਲ। ਸਾਗਰ ਪਾਰੋ ਤਰੀਐ ਸੰਤੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ, ਸਾਗਰ ਪਾਰੋ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕਮਾਵੇ, ਜੇ ਕੋ ਬਚਨ ਕਮਾਵੇ ਸੋ ਗੁਰ ਪ੍ਰਸਾਦੀ ਤਰੀਐ ਸੰਤੋ, ਸਾਗਰ ਪਾਰੋ ਤਰੀਐ, ਸਾਗਰ ਪਾਰੋ ਤਰੀ। ਤਾਂ ਪਾਤਸ਼ਾਹ ਨੇ ਕਿਹਾ ਭਾਈ ਤੇਰੀ ਇੰਨੀ ਕਮਾਈ ਨਹੀਂ, ਜਾਂ ਜਪਣ ਵਾਲਿਆਂ ਦੀ ਸੰਗਤ ਵਿੱਚ ਰਿਹਾ ਕਰ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨ, ਜਿਨ ਤੂੰ ਨਾਹੀ ਵਿਸਰਿਆ। ਇਹ ਵਾਹਿਗੁਰੂ ਉਹਨਾਂ ਦੀ ਸੰਗਤ ਦਿਓ ਜਿਨ੍ਹਾਂ ਨੂੰ ਤੁਹਾਡਾ ਨਾਮ ਨਹੀਂ ਵਿਸਰਦਾ, ਜਿਨ੍ਹਾਂ ਕੋਲ ਤੁਹਾਡੇ ਨਾਮ ਦੀ ਖਜ਼ਾਨਾ ਹੈ, ਜਿਨ੍ਹਾਂ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਤੁਸੀਂ ਇੰਨੀ ਵੱਡੀ ਵਡਿਆਈ ਦੇਤੀ ਹੈ। ਸਾਧ ਸੰਗਤ ਜੇ ਕੋਈ ਜਪਣ ਵਾਲਿਆਂ ਨੂੰ ਹੱਥ ਜੋੜ ਕੇ ਜੀ ਕਹਿਦਾ ਨਾ, ਇੱਦਾਂ ਜ਼ਰੂਰੀ ਨਹੀਂ ਵੀ ਉਹਨਾਂ ਨੂੰ ਮੱਥਾ ਟੇਕਣਾ। ਇਹ ਬੜੀ ਵੱਡੀ ਸਿੱਖ ਕੌਮ ਦੇ ਅੰਦਰ ਹੁਣ ਚੱਲ ਪਈ ਹੈ ਕਿ ਕਿਸੇ ਸਰੀਰ ਧਾਰੀ ਨੂੰ ਮੱਥਾ ਨਹੀਂ ਟੇਕਣਾ। ਸਾਧ ਸੰਗਤ ਤੇ ਜ਼ਰੂਰੀ ਵੀ ਹੈ, ਕਿਉਂਕਿ ਅਸੀਂ ਗੁਰੂ ਸ਼ਬਦ ਨੂੰ ਛੱਡ ਕੇ ਸਰੀਰਾਂ ਦੀ ਪੂਜਾ ਵਿੱਚ ਲੱਗ ਗਏ। ਪਾਤਸ਼ਾਹ ਨੇ ਸਾਨੂੰ ਸਰੀਰਾਂ ਦੀ ਪੂਜਾ ਤੋਂ ਹਟਾਇਆ, ਪਰ ਨਾਲ ਇਹ ਕਹੇ ਜਪਣ ਵਾਲਿਆਂ ਦੀ ਸੰਗਤ ਵੀ ਕਰ, ਉਹਨਾਂ ਦਾ ਅਦਬ ਸਤਿਕਾਰ ਵੀ ਕਰ।
ਇੱਥੋਂ ਤੱਕ ਕਿ ਜਪਣ ਵਾਲਿਆਂ ਨੂੰ ਹੱਥ ਜੋੜ ਕੇ ਉਹਨਾਂ ਦੀ ਚਰਨ ਧੂੜ ਮੰਗਿਆ ਕਰ, ਤੇਰਾ ਭਲਾ ਹੋਏ। ਸਾਧ ਸੰਗਤ, ਇਹ ਜ਼ਰੂਰੀ ਨਹੀਂ ਕਿ ਬਹੁਤ ਅੱਗੇ ਜਾ ਕੇ ਉਹਨਾਂ ਦੇ ਪੈਰਾਂ 'ਚ ਮੱਥਾ ਟੇਕਣ। ਕਈ ਵਾਰ ਤਾਂ ਮਾਫ ਕਰਿਓ, ਸੰਤ ਮਹਾਂਪੁਰਸ਼ਾਂ ਦੀਆਂ ਗੱਡੀਆਂ ਨੂੰ ਲੋਕ ਮੱਥਾ ਟੇਕੀ ਜਾਂਦੇ, ਵਿੱਚ ਭਾਵਨਾ ਕੁਝ ਨਹੀਂ। ਆਪਾਂ ਸਿਰਫ ਬਾਹਰੋਂ ਤੇ ਬਾਹਰੋਂ ਉਹ ਸਰੀਰਾਂ ਨੂੰ ਜਾਂ ਉਹਨਾਂ ਦੀਆਂ ਵਸਤੂਆਂ ਨੂੰ ਮੱਥਾ ਟੇਕ ਰਹੇ। ਜਦੋਂ ਤੁਹਾਡੇ ਅੰਦਰ ਪ੍ਰੇਮ ਤੇ ਭਾਵਨਾ ਪੈਦਾ ਹੋ ਜਾਏ, ਉਦੋਂ ਇੱਕ ਗੱਲ ਸੱਚ ਹੈ, ਸੰਤ ਦਾ ਸਰੀਰ ਦੂਰ ਵੀ ਖਲੋਤਾ ਹੋਵੇ, ਤੁਸੀਂ ਭਾਵਨਾ ਨਾਲ, ਅਦਬ ਨਾਲ ਹੱਥ ਜੋੜ ਕੇ ਅੰਦਰੋਂ ਨਿਮਰਤਾ ਨਾਲ ਸੀਸ ਝੁਕਾ ਦਿਓ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਾ ਜਪਣ ਵਾਲਿਆਂ ਨੂੰ ਵੇਖ ਕੇ ਦੂਰੋਂ ਅਦਬ ਕਰੀ। ਜਦੋਂ ਉਹਨਾਂ ਦੇ ਅੱਗੇ ਹੱਥ ਜੋੜੇਗਾ, ਤੈਨੂੰ ਦਰਗਾਹ ਵਿੱਚ ਹੱਥ ਨਹੀਂ ਜੋੜਨੇ ਪੈਣਗੇ, ਤੇਰੀ ਵਾਹ ਵਾਹ ਦਰਗਾਹ ਵਿੱਚ ਵੀ ਹੋਏ। ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਮਹਾਰਾਜ ਕਿਉਂ? ਤਾਂ ਪਾਤਸ਼ਾਹ ਨੇ ਕਿਹਾ, ਜੇ ਕੋ ਜਿਉ ਕਹੇ ਉਹਨਾਂ ਨੂੰ, ਜਿਨ੍ਹਾਂ ਕੋਲ ਨਾਮ ਦਾ ਧਨ ਹੈ, ਕੋਈ ਉਹਨਾਂ ਨੂੰ ਜੀ ਕਹਿਦਾ ਏਦਾਂ ਦੂਰੋਂ, ਕੋਲ ਹੋ ਕੇ ਮੱਥਾ ਨਾ ਵੀ ਟੇਕੇ। ਜੇ ਕੋ ਜਿਉ ਕਹੇ ਉਹਨਾਂ ਨੂੰ, ਤਾਂ ਜਮ ਕੀ ਤਲਬ ਨਾ ਹੋਈ। ਤੈਨੂੰ ਜਮ ਤਲਬ ਨਹੀਂ ਕਰ ਸਕਣਗੇ। ਕਿਉਂ? ਤੂੰ ਕਿਸੇ ਜਪਣ ਵਾਲਿਆਂ ਦੇ ਅੱਗੇ ਹੱਥ ਜੋੜਦਾ ਰਿਹਾ, ਤੂੰ ਕਿਸੇ ਭਗਤੀ ਕਰਨ ਵਾਲੇ ਦਾ ਅਦਬ ਕਰਦਾ ਰਿਹਾ, ਤੇਰਾ ਵੀ ਦਰਗਾਹ ਵਿੱਚ ਆਦਰ ਹੋਏਗਾ। ਸਾਧ ਸੰਗਤ, ਇਸ ਲਈ ਪਾਤਸ਼ਾਹ ਨੇ ਇਹ ਸਾਰਾ ਕੁਝ ਸਾਨੂੰ ਗੁਰਮਤਿ ਵਿੱਚ ਦਿੱਤਾ ਹੈ। ਆਪ ਵੀ ਜਪ, ਜਪਣ ਵਾਲਿਆਂ ਦਾ ਅਦਬ ਸਤਿਕਾਰ ਕਰ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਤੁਸੀਂ ਮਨਾਇਆ। 2 ਮਿੰਟਾਂ ਵਿੱਚ ਸਾਧ ਸੰਗਤ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਨਾਲ ਜੁੜਨਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਕਿਹੜੀ ਵਡਿਆਈ ਹੈ? ਜਦੋਂ ਸਿੱਧ ਜੋਗੀ, ਵੱਡੀਆਂ ਵੱਡੀਆਂ ਜਟਾਵਾਂ ਵਾਲੇ, ਰਿਧੀਆਂ ਸਿੱਧੀਆਂ, ਤੰਤਰ ਮੰਤਰ ਜੰਤਰ ਵਾਲੇ ਪਾਤਸ਼ਾਹ ਦੇ ਨਾਲ ਸ਼ਿਵਰਾਤਰੀ ਦੇ ਮੇਲੇ ਉੱਤੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਏ। ਜਿਹੜੇ ਸਿੱਧ ਜੋਗੀ ਜਦੋਂ ਵੇਖਿਆ ਨਾ, ਉਹਨਾਂ ਨੇ ਵੱਡੀਆਂ ਵੱਡੀਆਂ ਉਮਰਾਂ ਵਾਲਿਆਂ ਨੇ ਵੀ ਇੱਧਰ ਲੋਕ ਕਿਉਂ ਇਕੱਠੇ ਹੋਏ? ਕਿਉਂਕਿ ਹਰ ਸਾਲ ਉਹ ਸ਼ਿਵਰਾਤਰੀ ਦੇ ਮੇਲੇ ਅਚਲ ਬਟਾਲੇ ਆਉਂਦੇ ਸੀ ਤੇ ਆ ਕੇ ਲੋਕਾਂ ਨੂੰ ਕਰਾਮਾਤਾਂ ਦਿਖਾਉਂਦੇ ਸੀ। ਗੁਰਮਤ ਵਿੱਚ ਕਰਾਮਾਤ ਹੈ, ਪਰ ਉਹ ਕਰਾਮਾਤ ਪ੍ਰਵਾਨ ਨਹੀਂ ਜਿਹੜੀ ਕਿਸੇ ਨੂੰ ਡਰਾ ਕੇ ਆਪਣੀ ਪੂਜਾ ਕਰਾਈ ਜਾਵੇ। ਉਹ ਕਰਾਮਾਤ ਹੈ ਜਿਹੜੀ ਸ਼ਬਦ ਦੀ ਤਾਕਤ ਨਾਲ ਕਿਸੇ ਦਾ ਭਲਾ ਹੋ ਸਕੇ। ਸਾਧ ਸੰਗਤ, ਜਦੋਂ ਮਹਾਰਾਜ ਸ਼ਿਵਰਾਤਰੀ ਦੇ ਮੇਲੇ ਅਚਲ ਬਟਾਲੇ ਆਏ ਤਾਂ ਜੋਗੀਆਂ ਨੇ ਵੇਖਿਆ ਇੰਨੇ ਲੋਕ ਇੱਧਰ ਕਿਉਂ ਇਕੱਠੇ ਹੋਏ। ਉਹਨਾਂ ਦੇ ਮੁਰੀਦਾਂ ਨੇ ਕਿਹਾ, ਇੱਧਰ ਗੁਰੂ ਨਾਨਕ ਦੇ ਮਹਾਰਾਜ ਆਏ। ਤਾਂ ਸਿੱਧ ਜੋਗੀ ਸੜ ਬਲ ਗਏ। ਉਹਨਾਂ ਨੇ ਕਿਹਾ, ਉਮਰ ਸਾਡੀ ਵੱਡੀ, ਕਰਾਮਾਤਾਂ ਸਾਡੇ ਕੋਲ ਜ਼ਿਆਦਾ, ਤੇ ਲੋਕ ਗੁਰੂ ਨਾਨਕ ਸਾਹਿਬ ਕੋਲ ਇਕੱਠੇ ਹੋ ਗਏ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਪੌੜੀ, ਉਹ ਕਹਿੰਦੇ, ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਣੇ ਸਗਲੀ ਉਲਟ ਪਈ ਲੋਕ ਆਈ। ਲੋਕ ਇਕੱਠੇ ਹੋਏ ਮਹਾਰਾਜ ਦੇ ਦਰਸ਼ਨ ਕਰਨ। ਤਾਂ ਜਿਹੜੇ ਸਿੱਧ ਜੋਗੀ ਸੀ, ਉਹਨਾਂ ਨੇ ਪੁੱਛਿਆ, ਇੱਥੇ ਕੌਣ ਆਇਆ, ਇੰਨੇ ਲੋਕ ਇਕੱਠੇ ਹੋਏ? ਦੱਸਣ ਵਾਲਿਆਂ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ। ਤੇ ਸਭ ਤੋਂ ਵੱਡੀ ਉਮਰ ਦਾ ਭੰਗਰਨਾਥ, ਉਹਨੇ ਫਿਰ ਆਪਣਾ ਮੰਤਰ ਪੜ੍ਹਿਆ। ਮੰਤਰ ਪੜ੍ਹ ਕੇ ਹਵਾ ਵਗਾ ਦਿੱਤੀ, ਹਨੇਰੀ ਚਲਾ ਦਿੱਤੀ, ਤੇਜ਼ ਹਵਾ ਚੱਲੀ। ਤੇ ਸਾਧ ਸੰਗਤ, ਫਿਰ ਉਹਨੇ ਮੰਤਰ ਪੜ੍ਹ ਕੇ, ਜਿਹੜੇ ਨਾਟਕ ਕਰ ਰਹੇ ਸੀ ਨਾ ਰਾਸ ਧਾਰੀਏ, ਮੰਤਰ ਪੜ੍ਹ ਕੇ ਉਹਨਾਂ ਦਾ ਮਾਇਆ ਦਾ ਲੋਟਾ ਲੁਕੋਤਾ। ਰੌਲਾ ਪੈ ਗਿਆ ਬਈ ਇੱਥੋਂ ਉਹਨਾਂ ਨੇ ਚੀਜ਼ਾਂ ਗਾਇਬ ਕਰ ਦਿੱਤੀਆਂ, ਸਟੇਜ ਉਡਾ ਦਿੱਤੀ, ਹਵਾ ਚੱਲੀ ਤੇ ਚੀਜ਼ਾਂ ਉਡਾ ਦਿੱਤੀਆਂ। ਤੇ ਸਾਧ ਸੰਗਤ, ਰੌਲਾ ਪੈ ਗਿਆ ਪੂਰੇ ਮੇਲੇ 'ਚ। ਸਿੱਧ ਜੋਗੀ ਉੱਚੀ ਉੱਚੀ ਹੱਸ ਰਹੇ ਸਨ, ਹੁਣ ਲੋਕੀ ਸਾਡੇ ਵੱਲ ਆਉਣਗੇ। ਤੇ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਕੋਲ ਬੈਠੇ ਭਾਈ ਸਜਾਦੇ ਨੂੰ ਕਿਹਾ, ਉਹ ਫਲਾਨੀ ਜਗ੍ਹਾ ਤੇ ਮਾਇਆ ਦਾ ਕਟੋਰਾ ਲੁਕੋਇਆ। ਔਰ ਪਾਤਸ਼ਾਹ ਨੇ ਜਦੋਂ ਉੱਚੀ ਧੁਨ ਵਿੱਚ ਕਿਹਾ, ਇੱਕ ਓੰਕਾਰ ਸਤਿਨਾਮ, ਇੱਕਦਮ ਹਵਾ ਥੰਮ ਗਈ, ਲੋਕ ਡਰਨੋਂ ਹਟ ਗਏ। ਤੇ ਸਿੱਧ ਜੋਗੀ, ਭੰਗਰਨਾਥ, ਹੋਰ ਜਿੰਨੇ ਜਟਾਧਾਰੀ ਗੁੱਸੇ ਕ੍ਰੋਧ ਵਿੱਚ ਸੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆ ਗਏ। ਸਾਧ ਸੰਗਤ, ਫਿਰ ਭਾਈ ਗੁਰਦਾਸ ਸਾਹਿਬ ਨੇ ਉਹ ਪੌੜੀ ਲਿਖੀ। ਕਹਿੰਦੇ, ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਲਿਆ ਛੁਪਾਈ, ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਬੁਲਾਈ। ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਲਿਆ ਛੁਪਾਈ,
ਖਾਦੀ ਖੁਣਸ ਜੋਗੀ ਸੈਨਾ, ਗੋਸ਼ਟ ਕਰਨ ਸਭੇ ਉਠਾਈ। ਉੱਠ ਖੜੇ ਸਿੱਧ ਜੋਗੀ, ਕ੍ਰੋਧ ਗੁੱਸੇ ਵਿੱਚ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੱਲ ਆਏ ਤੇ ਆਉਂਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁੱਸੇ ਵਿੱਚ ਬੋਲੇ, ਕਹਿੰਦੇ ਬਾਬਾ ਇਹ ਤੂੰ ਕੀ ਕੰਮ ਕਰ ਰਹੇ? ਤੇਰਾ ਕੋਈ ਦੀਨ ਧਰਮ ਹੈ? ਕਦੇ ਤੂੰ ਗੇਰੂ ਰੰਗ ਦੇ ਵਸਤਰ ਪਾ ਕੇ ਉਦਾਸੀ ਹੋ ਜਾਂਦੇ, ਕਦੇ ਤੂੰ ਗ੍ਰਸਤੀ ਬਣ ਜਾਂਦੇ, ਕਦੇ ਖੇਤੀ ਕਰਨ ਲੱਗ ਪੈਂਦੇ। ਬਾਬਾ ਤੂੰ ਤੇ ਧਰਮ ਦਾ ਪੂਰਾ ਦੁੱਧ ਦਾ ਚੱਟਾ ਹੀ ਭੰਨ ਕੇ ਰੱਖ ਦਿੱਤਾ, ਤੂੰ ਤੇ ਦੁੱਧ ਦਾ ਚੱਟਾ ਪੂਰਾ ਵਿਗਾੜ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਫਿਰ ਭੰਗਰਨਾਥ ਨੂੰ ਉਸੇ ਚੀਜ਼ ਦਾ ਜਵਾਬ ਦਿੰਦੇ, ਜਿਵੇਂ ਭੰਗਰਨਾਥ ਬੋਲਿਆ ਉਦਾਂ ਹੀ ਫਿਰ ਮਹਾਰਾਜ ਉਹ ਭਾਸ਼ਾ 'ਚ ਬੋਲੇ। ਜਦੋਂ ਭੰਗਰਨਾਥ ਨੇ ਕਿਹਾ ਮਹਾਰਾਜ ਜੀ ਭੇਖ ਉਤਾਰ ਉਦਾਸ ਦਾ, ਬਤ ਕਿਉਂ ਸੰਸਾਰੀ ਰੀਤ ਚਲਾਈ। ਫੁੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਤੇ ਪਾਤਸ਼ਾਹ ਨੇ ਅੱਗੋਂ ਪਤਾ ਕੀ ਕਿਹਾ? ਕਹਿੰਦੇ ਭੰਗਰਨਾਥ ਤੇਰੀ ਮਾਂ ਕੁਚੱਜੀ ਹੈ, ਤੈਨੂੰ ਸਮਝ ਨਹੀਂ ਆਉਂਦੀ। ਉਸੇ ਭਾਸ਼ਾ ਵਿੱਚ ਹਜ਼ੂਰ ਨੇ ਗੱਲ ਕੀਤੀ। ਉਹ ਮਾਂ ਮਹਾਰਾਜ ਨੇ ਜਨਮ ਦੇਣ ਵਾਲੀ ਨੂੰ ਨਹੀਂ ਕਿਹਾ, ਪਾਤਸ਼ਾਹ ਨੇ ਕਿਹਾ ਤੇਰਾ ਮੱਤ ਰੂਪੀ ਮਾਂ ਕੁਚੱਜੀ ਹੈ, ਤੈਨੂੰ ਧਰਮ ਦੀ ਸਮਝ ਨਹੀਂ ਆਉਂਦੀ। ਉਹ ਸੱਜਣਾ ਤੂੰ ਦੁੱਧ ਦਾ ਚਾਟਾ ਫੁੱਟਿਆ ਨਹੀਂ, ਅਸਲ ਵਿੱਚ ਤੇਰੀ ਮੱਤ ਰੂਪੀ ਮਾਂ ਕੁਚੱਜੀ ਹੈ। ਤੂੰ ਚੰਗੇ ਫੁੱਲ ਵੀ ਮੱਤ ਰੂਪੀ ਕੁਚੱਜੀ ਮਾਂ ਕਰਕੇ ਸਾੜ ਕੇ ਰੱਖ ਦਿੱਤੇ। ਪਾਤਸ਼ਾਹ ਨੇ ਕਿਹਾ ਸੰਸਾਰ ਤਾਂ ਫੁੱਲ ਦੀ ਨਿਆਈ ਸੀ, ਪਰ ਤੇਰੇ ਵਰਗਿਆਂ ਇਹ ਵੀ ਵਿਗਾੜ ਕੇ ਰੱਖ ਦਿੱਤੇ। ਹਜ਼ੂਰ ਨੇ ਫਿਰ ਉਹਨੂੰ ਜਵਾਬ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਬੋਲੇ, ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਨ, ਭਾਏ ਕੁਚੱਜੇ ਫੁੱਲ ਸੜਾਈ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਵਚਨ ਕਿਹਾ, ਕਹਿੰਦੇ ਫਿਰ ਭੰਗਰਨਾਥ ਨੂੰ ਹੋਰ ਕ੍ਰੋਧ ਆ ਗਿਆ। ਜਿੰਨੇ ਉਹਦੇ ਚੇਲੇ ਸਨ ਜਟਾਧਾਰੀ, ਭੰਗਰਨਾਥ ਨੇ ਫਿਰ ਖਾਦੀ ਖੁਣਸ ਜੋਗੀਸਰਾ, ਮਾਰੀ ਕਿਲਕ ਬੋਰੂ ਉਠਾਈ। ਭੰਗਰਨਾਥ ਨੇ ਬੜੀ ਉੱਚੀ ਕਿਲਕਾਰੀ ਮਾਰੀ, ਉੱਚੀ ਆਵਾਜ਼ ਵਿੱਚ ਕਹਿੰਦਾ ਅਲਖ ਨਿਰੰਜਨ, ਹੇ ਬਾਬਾ ਨਾਨਕ ਤੈਨੂੰ ਪਤਾ ਹੈ ਮੇਰੇ ਕੋਲ ਕਿੰਨੇ ਮੰਤਰ ਤੰਤਰ ਨੇ। ਜੋਗੀ ਭੰਗਰਨਾਥ ਨੇ ਆਪਣੇ ਸਰੀਰ ਤੋਂ ਸਵਾਹ ਲਾਈ, ਏਦਾਂ ਭਭੂਤੀ ਲਾ ਕੇ ਹਵਾ ਵਿੱਚ ਉਡਾ ਕੇ ਪੜਿਆ ਮੰਤਰ, ਤੇ ਸਾਧ ਸੰਗਤ ਪੂਰੇ ਮੇਲੇ ਦੇ ਲੋਕ ਡਰ ਗਏ। ਭੰਗਰਨਾਥ ਵੱਡਾ ਸੱਪ ਬਣ ਕੇ ਮੂੰਹ ਵਿੱਚੋਂ ਅੱਗ ਕੱਢਣ ਲੱਗ ਪਿਆ। ਉਹਦੇ ਜਿੰਨੇ ਹੋਰ ਚੇਲੇ ਸਨ ਜਟਾਧਾਰੀ, ਉਹਨੇ ਵੀ ਮੰਤਰ ਪੜੇ। ਕੋਈ ਪੰਛੀ ਬਣ ਕੇ ਉੜਨ ਲੱਗ ਪਿਆ, ਕੋਈ ਸੱਪ ਬਣਿਆ, ਕੋਈ ਸ਼ੇਰ ਬਘਿਆੜ ਬਣ ਗਿਆ। ਪੂਰਾ ਮੇਲਾ ਡਰਨ ਲੱਗ ਪਿਆ, ਪੂਰੀ ਦੁਨੀਆ ਡਰ ਗਈ। ਹੁਣ ਸਾਧ ਸੰਗਤ ਆਹ ਸਾਖੀਆਂ ਸੁਣਾਓ ਨਾ, ਭਾਈ ਗੁਰਦਾਸ ਜੀ ਦੀਆਂ ਲਿਖੀਆਂ। ਹੁਣ ਸਿੱਖਾਂ ਨੂੰ ਇਹ ਬਿਮਾਰੀ ਨਵੀਂ ਚੱਲ ਪਈ, ਤਰਕ ਕਰਨ ਲੱਗ, ਕਰਾਮਾਤ ਤੇ ਹੈ ਹੀ ਨਹੀਂ ਜੀ, ਇਹ ਕੀ ਕਰਾਮਾਤ ਸੁਣਾਉਂਦੇ ਹੋ? ਸਾਧ ਸੰਗਤ ਕਰਾਮਾਤ ਹੈ, ਪਰ ਗੁਰਮਤ ਦੇ ਅੰਦਰ ਕਰਾਮਾਤ ਤੇ ਸੰਸਾਰ ਦੇ ਹੋਰ ਰਿਧੀਆਂ ਸਿੱਧੀਆਂ ਕਰਾਮਾਤਾਂ ਦਾ ਫਰਕ ਹੈ। ਜਦੋਂ ਸਿੱਧ ਜੋਗੀਆਂ ਨੇ ਸਰੀਰ ਬਦਲੇ ਲੋਕਾਂ ਨੂੰ ਡਰਾਉਣ ਵਾਸਤੇ, ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ, ਆਓ ਮੈਂ ਤੁਹਾਨੂੰ ਨਿਰਭਉ ਦਾ ਮੰਤਰ ਦੇਵਾਂ, ਉਸ ਮੰਤਰ ਨੂੰ ਜਪੋ, ਤੁਹਾਨੂੰ ਡਰ ਨਹੀਂ ਲੱਗੇਗਾ। ਸਿੱਧ ਜੋਗੀ ਡਰਾਉਣ ਲੱਗੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੂਰੇ ਮੇਲੇ ਵਿੱਚ ਪੜਾਉਣਾ ਸ਼ੁਰੂ ਕਰਤਾ। ਹਜ਼ੂਰ ਬੋਲੇ ਸਭ ਜਪੋ ਇੱਕ ਓੰਕਾਰ, ਸਤਿਨਾਮ ਇੱਕ ਓੰਕਾਰ। ਗੱਜ ਕੇ ਆਖੋ ਇੱਕ ਓੰਕਾਰ, ਸਤਿਨਾਮ ਇੱਕ ਓੰਕਾਰ। ਸਾਧ ਸੰਗਤ ਪਾਤਸ਼ਾਹ ਨੇ ਜਦੋਂ ਇਹ ਮੰਤਰ ਪੜਿਆ, ਸਭ ਮੇਲੇ ਦੇ ਲੋਕ ਮਗਰ ਮਗਰ ਪੜਨ ਲੱਗ ਪਏ। ਕਿਸੇ ਨੂੰ ਡਰ ਨਾ ਲੱਗਾ, ਰਿਧੀਆਂ ਸਿੱਧੀਆਂ ਤੰਤਰ ਮੰਤਰ ਝੜ ਪਏ, ਨਾ ਕਿਸੇ ਨੂੰ ਕੋਈ ਡਰ ਆਇਆ, ਨਾ ਕੋਈ ਡਰ ਕੇ ਭੱਜਿਆ। ਪੂਰੇ ਮੇਲੇ ਵਿੱਚ ਇੱਕ ਓੰਕਾਰ ਸਤਨਾਮ ਦੀ ਧੁਲ ਚੱਲੀ। ਸਾਰੇ ਮੇਲੇ ਦੇ ਲੋਕ ਸ਼ਾਂਤ ਹੋ ਗਏ, ਔਰ 20 ਮਿੰਟਾਂ ਭਾਵ ਇੱਕ ਘੜੀ ਤੋਂ ਬਾਅਦ ਸਿੱਧ ਜੋਗੀਆਂ ਦੇ ਮੰਤਰ ਖਤਮ ਹੋ ਗਏ। ਕਿਸੇ ਵੀ ਮੰਤਰ ਦੀ ਉਮਰ 24 ਮਿੰਟ, ਇੱਕ ਘੜੀ। ਇੱਕ ਘੜੀ ਵਿੱਚ ਉਹ ਕਿਸੇ ਦੇ ਕੰਮ ਕਰਦੇ, ਨਹੀਂ ਤੇ ਉਹਦਾ ਕੋਈ ਅਸਰ ਨਹੀਂ। ਪਾਤਸ਼ਾਹ ਜਦੋਂ ਨਾਮ ਜਪਾਉਂਦੇ ਰਹੇ ਤਾਂ ਕਿਸੇ ਉੱਤੇ ਕੋਈ ਮੰਤਰ ਦਾ ਡਰ ਨਾ ਹੋਇਆ। ਸਿੱਧ ਜੋਗੀਆਂ ਦੇ ਮੰਤਰ ਝੜ ਗਏ। ਭਾਈ ਗੁਰਦਾਸ ਸਾਹਿਬ ਲਿਖਦੇ, ਤੰਤ ਮੰਤ ਸਭ ਝੜ ਪਏ। ਜੋਗੀਆਂ ਦੇ ਮੰਤਰ ਮੁੱਕ ਗਏ। ਸਿੱਧ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਹੈਰਾਨ ਹੋ ਕੇ ਪੁੱਛਦੇ, ਬਾਬਾ
ਸਾਡੀ ਉਮਰ ਤੇਰੇ ਨਾਲੋਂ 3 ਗੁਣਾ ਵੱਧ ਹੈ, ਸਾਡੇ ਕੋਲ ਰਿਧੀਆਂ ਸਿੱਧੀਆਂ ਕਰਾਮਾਤਾਂ ਮੰਤਰ, ਤੇਰੇ ਕੋਲ ਕਿਹੜੀ ਕਰਾਮਾਤ ਹੈ? ਨਾ ਤੂੰ ਖੁਦ ਡਰਿਆ, ਨਾ ਤੂੰ ਲੋਕਾਂ ਨੂੰ ਡਰਨ ਦਿੱਤਾ ਹੈ। ਪਾਤਸ਼ਾਹ ਦਾ ਜਵਾਬ ਸੁਣਿਓ। ਹਜ਼ੂਰ ਕਹਿੰਦੇ ਕਰਾਮਾਤ ਹੈ, ਭੰਗਰਨਾਥ ਤੇਰੇ ਵਰਗੀਆਂ ਰਿਧੀਆਂ ਸਿੱਧੀਆਂ ਨਹੀਂ। ਜਿਹੜੀਆਂ ਕਰਾਮਾਤਾਂ ਤੂੰ ਚੱਕੀਆਂ ਫਿਰਨਾ, ਇਹ ਕੀ ਹੈ? 250 ਸਾਲ ਵਿੱਚ ਸੱਪ ਬਣਨਾ ਹੀ ਸਿੱਖਿਆ, 250 ਸਾਲ ਵਿੱਚ ਗਿੱਦੜ ਤੇ ਪੰਛੀ ਬਣਨਾ ਸਿੱਖਿਆ। ਇਹ ਤੇ ਮਰਨ ਤੋਂ ਬਾਅਦ ਉਂਝ ਵੀ ਜੂਨਾਂ ਮਿਲ ਜਾਂਦੀਆਂ ਨੇ। ਪਾਤਸ਼ਾਹ ਨੇ ਕਿਹਾ ਇਹਨਾਂ ਜੂਨਾਂ ਵਿੱਚ ਤਾਂ ਉਂਝ ਵੀ ਤੁਸੀਂ ਪੈਣਾ, ਰਿਧੀਆਂ ਸਿੱਧੀਆਂ ਕਰਾਮਾਤਾਂ ਦਾ ਕੀ ਫਾਇਦਾ ਜੇ ਸੱਪ ਤੇ ਜਾਨਵਰ ਬਣਨਾ। ਇਸ ਧਰਤੀ ਤੇ ਦੇਵਤੇ ਬਣਨ ਆਏ ਸੀ, ਤੁਸੀਂ ਕੁਝ ਹੋਰ ਬਣ ਗਏ। ਸਿੱਧ ਜੋਗੀ ਪਾਤਸ਼ਾਹ ਦੇ ਕੋਲ ਬਹਿ ਗਏ, ਹੱਥ ਜੋੜ ਕੇ ਭੰਗਰਨਾਥ ਕਹਿੰਦੇ ਪਾਤਸ਼ਾਹ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ? ਹਜ਼ੂਰ ਨੇ ਕਿਹਾ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਗੁਰੂ ਦੀ ਸੰਗਤ ਤੇ ਬਾਣੀ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਓਟ ਨਹੀਂ। ਬਾਣੀ ਸਭ ਤੋਂ ਵੱਡੀ ਕਰਾਮਾਤ ਹੈ ਭੰਗਰਨਾਥ। ਜਿਹੜਾ ਨਿਰੰਕਾਰ ਦੀ ਬਾਣੀ ਸੁਣਦਾ ਉਹਦੇ ਦੁੱਖ ਰੋਗ ਸੰਤਾਪ ਪਲਾਂ ਵਿੱਚ ਮਿਟ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤੇ ਹੁਣ ਭੰਗਰਨਾਥ ਤੇ ਉਹਦੇ ਨਾਲ ਦੇ ਸਿੱਧ ਜੋਗੀ ਪਤਾ ਕੀ ਕਹਿੰਦੇ? ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਪਾਤਸ਼ਾਹ ਦੇ ਇੱਕ ਓੰਕਾਰ ਸਤਨਾਮ ਨਾਲ ਸਿੱਧ ਸ਼ਾਂਤ ਹੋ ਗਏ। ਸਾਧ ਸੰਗਤ, ਜਦੋਂ ਤੁਸੀਂ ਬਾਣੀ ਪੜੋਗੇ ਨਾ, ਬਾਣੀ ਪੜਨ ਦਾ ਰਸ ਤੇ ਸਵਾਦ ਤੁਹਾਨੂੰ ਉਦੋਂ ਆਉਣਾ ਜਦੋਂ ਤੁਹਾਨੂੰ ਅਰਥ ਨਾਲ ਆਉਣ ਲੱਗ ਪਏ, ਜਦੋਂ ਬਾਣੀ ਨੂੰ ਸਮਝ ਕੇ ਪੜਨ ਲੱਗ ਪਏ। ਇੱਕ ਓੰਕਾਰ, ਇੱਕ ਅਕਾਲ ਪੁਰਖ ਅਦੁੱਤੀ ਓੰਕਾਰ, ਊੜੇ ਦਾ ਮੂੰਹ ਖੁੱਲੇ। ਆਪਾਂ ਕਈ ਵਾਰ ਪੜਨ ਲੱਗੇ ਕੋਈ ਇੱਕ ਓੰਕਾਰ ਕਹੀ ਜਾਂਦਾ, ਕੋਈ ਇੱਕ ਓੰਕਾਰ ਕਹੀ ਜਾਂਦਾ। ਇੱਕ ਓੰਕਾਰ ਜਦੋਂ ਵੀ ਪੜਨਾ ਏਦਾਂ ਪੜੋ, ਇੱਕ ਓੰਕਾਰ, ਇੱਕ ਓੰ। ਫਿਰ ਲਿਖਿਆ ਸਤਨਾਮ ਸਤਨਾਮ, ਕਿਉਂਕਿ ਬਾਣੀ ਵਿੱਚ 7 ਸ਼ਬਦ 3 ਰੂਪਾਂ ਵਿੱਚ ਆਇਆ। ਹੁਣ ਜਦੋਂ ਤੁਸੀਂ ਅਰਥ ਪੜੋਗੇ ਫਿਰ ਤੁਹਾਨੂੰ ਪੜਨ ਦਾ ਰਸ ਵੱਖਰਾ ਆਏਗਾ। ਇੱਕ ਲਿਖਿਆ ਹੋਏਗਾ ਸੱਸਾ ਤੱਤਾ ਤੱਤੇ ਨੂੰ ਸਿਹਾਰੀ, ਸਤਨਾਮ ਸਤਨਾਮ। ਇੱਕ ਲਿਖਿਆ ਸੱਸਾ ਤੱਤਾ ਤੱਤੇ ਨੂੰ ਔਂਕੜ ਸਤ, ਉਹਨੂੰ ਵੀ ਸਤ ਕਹਿਣਾ। ਇੱਕ ਲਿਖਿਆ ਸੱਸਾ ਤੱਤਾ ਮੁਕਤਾ ਕੱਲਾ ਸਤ, ਉਹਨੂੰ ਵੀ ਸਤ ਕਹਿਣਾ, ਪਰ ਅਰਥ ਵੱਖਰੇ ਵੱਖਰੇ ਨੇ। ਜਿੱਥੇ ਹੋਏਗਾ ਕੱਲਾ ਹੀ ਸੱਸਾ ਤੱਤਾ ਸਤ, ਉਹਦੇ ਅਰਥ ਹੋਣਗੇ 7, ਜਿਹਨੂੰ ਇੰਗਲਿਸ਼ ਵਿੱਚ 7 ਕਹਿੰਦੇ ਹੋ। 7 1 2 3 4 5 6 7 ਗਿਣਤੀ ਦੇ 7। ਉੱਥੇ ਲਿਖਿਆ ਹੋਏਗਾ 15 ਥਿਤੀ ਤੈਂ 7 ਵਾਰ, ਮਹਾਰੁਤੀ ਆਵੇ ਵਾਰ ਵਾਰ, ਸੱਸਾ ਤੱਤਾ 7। ਇੱਕ ਲਿਖਿਆ ਹੋਏਗਾ ਸੱਸਾ ਤੱਤੇ ਨੂੰ ਔਂਕੜ 7, ਉੱਥੇ ਹੋਏਗਾ 7 ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਵਲ ਰਾਮ ਜੀਓ। ਉਹਦਾ 7 ਦਾ ਅਰਥ ਹੈ ਗੁਣ। ਉਹ 7 ਦਾ ਅਰਥ ਰੱਬ ਦਾ ਨਾਮ ਨਹੀਂ ਹੈ, ਉੱਥੇ 7 ਦਾ ਅਰਥ ਗੁਣ। 7 ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਵਲ ਰਾਮ ਜੀ। ਜਾਂ ਲਿਖਿਆ ਹੋਇਆ 7 ਸੰਤੋਖ ਕਰ ਲਰਨੈ ਲੱਗ ਤੋਰੇ ਦੋਏ ਦਰਵਾਜਾ, ਉੱਥੇ 7 ਦੇ ਤੱਤੇ ਨੂੰ ਔਂਕੜ ਹੋਏਗਾ। ਇਸ ਤਰ੍ਹਾਂ ਸਾਧ ਸੰਗਤ ਬਾਣੀ ਦੇ ਅੰਦਰ ਹੁਣ ਜਿਹੜਾ ਇੱਕ ਓੰਕਾਰ 7 ਆਇਆ, ਇਹ ਤੱਤੇ ਨੂੰ ਸਿਹਾਰੀ, ਇਹ ਸੰਸਕ੍ਰਿਤ ਦਾ ਭਾਵ ਸਦਾ ਹੀ ਸਤ। ਤਾਂ ਇਹਨੂੰ ਪੜਨ ਲੱਗਿਆ ਥੋੜਾ ਜਿਹਾ ਲਮਕਾ ਕੇ, ਇੱਕ ਓੰਕਾਰ ਸਤਨਾਮ ਪੜੋ, ਇੱਕ ਓੰਕਾਰ ਸਤਨਾਮ। ਇਸ ਨਾਮ ਨਾਲ ਕੀ ਜਿੱਤਿਆ? ਭਾਈ ਗੁਰਦਾਸ ਸਾਹਿਬ ਲਿਖਦੇ, ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਰਾਲਾ। ਹੁਣ 300 ਸਾਲ ਦੀ ਉਮਰ ਦੇ ਰਿੱਧ ਸਿੱਧੀਆਂ ਵਾਲੇ ਜੋਗੀ ਉਹ ਹੱਥ ਜੋੜ ਕੇ ਪਾਤਸ਼ਾਹ ਨੂੰ ਕਹਿਣ ਲੱਗ ਪਏ, ਕਹਿੰਦੇ ਹੇ ਗੁਰੂ ਨਾਨਕ ਸਾਹਿਬ, ਤੁਸੀਂ ਕਲਯੁਗ ਦੇ ਸਭ ਤੋਂ ਵੱਡੇ ਪੁਰਖ ਹੋ। ਇਸ ਕਲਯੁਗ ਦੇ ਅੰਦਰ ਸਭ ਤੋਂ ਵੱਡਾ ਪੁਰਖ ਕੌਣ? ਗੁਰੂ ਨਾਨਕ ਸਾਹਿਬ। ਹੁਣ ਸਿੱਧ ਜੋਗੀ ਕਹਿੰਦੇ ਵੱਡਾ ਪੁਰਖ ਪ੍ਰਗਟਿਆ, ਪੜੋ, ਕਲਯੁਗ ਅੰਦਰ ਜੋਤ ਜਗਾਈ, ਸਿੱਧ ਬੋਲਣ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਐਡੇ ਵੱਡੇ ਵੱਡੇ ਜੋਗੀ ਵੀ ਕਹਿਣ ਲੱਗ ਪਏ, ਸਿੱਧ ਬੋਲਣ
शुभ वचन धन नानक तेरी वड्डी कमाई। हे गुरु नानक साहब ਤੁਹਾਡੀ ਕਮਾਈ ਵੱਡੀ ਹੈ। ਇੱਕੋ ਓੰਕਾਰ ਦੇ ਮੰਤਰ ਨਾਲ ਸਾਧ ਸੰਗਤ ਇੰਨਾ ਵੱਡਾ ਮੰਤਰ ਹੈ। ਇੱਕ ਚੀਜ਼ ਹੁਣ ਸਿੱਖ ਕੇ ਜਾਇਓ, ਇਹ ਮੰਤਰ ਸਾਡੇ ਜੀਵਨ ਵਿੱਚ ਸਭ ਤੋਂ ਵੱਡੀ ਕਰਾਮਾਤ ਹੈ। ਜੇ ਕੋਈ ਇੱਕੋ ਓੰਕਾਰ ਨਾਲ ਜੁੜੇ, ਜਦੋਂ ਤੁਹਾਡੀ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਉਦੋਂ ਇਹੀ ਨਾਮ ਜਪਣ ਦਾ ਹੁਕਮ ਹੈ। ਉੱਠਦਿਆਂ ਸਾਰ ਮੂਲ ਮੰਤਰ ਵਾਹਿਗੁਰੂ ਮੰਤਰ ਜਪਣਾ। ਗੁਰ ਸਤਿਗੁਰ ਕਾਜੋ ਪੜੋ, ਗੁਰ ਸਤਿਗੁਰ ਕਾਜੋ ਸਿੱਖ ਖਾਏ ਸਿੱਖ ਨੋਟ ਅੰਮ੍ਰਿਤਧਾਰੀ। ਉਹ ਕੋਈ ਵੀ ਹੋ ਸਕਦਾ, ਜਿਹਨੇ ਕੇਸ ਦਾੜੀ ਨਹੀਂ ਰੱਖਿਓ ਵੀ ਸਿੱਖ ਹੈ। ਅੰਮ੍ਰਿਤਧਾਰੀ ਜਦੋਂ ਹੋ ਜਾਏ ਫਿਰ ਗੁਰਸਿੱਖ। ਉਹ ਤੋਂ ਪਹਿਲਾਂ ਸ਼ੁਰੂਆਤ ਸਿੱਖ ਦੀ। ਜੇ ਕੋਈ ਸਿੱਖ ਬਣ ਕੇ ਗੁਰੂ ਦਾ ਹੁਕਮ ਨਹੀਂ ਮੰਨ ਰਿਹਾ ਤਾਂ ਉਹ ਗੁਰਸਿੱਖ ਨਹੀਂ ਬਣ ਸਕੇਗਾ। ਪਹਿਲਾਂ ਉਹਨੂੰ ਸਿੱਖ ਬਣਨਾ ਪੈਣਾ। ਉਹ ਸਿੱਖ ਦੀ ਕੀ ਪਰਿਭਾਸ਼ਾ ਹੈ? ਗੁਰ ਸਤਿਗੁਰ ਕਾਜੋ ਸਿੱਖ ਖਾਏ। ਹੁਣ ਮਨ 'ਚ ਚੇਤੇ ਕਰਿਓ, ਆਪਾਂ ਇਹ ਕੰਮ ਕਰਦੇ ਹਾਂ। ਗੁਰ ਸਤਿਗੁਰ ਕਾਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ। ਜੇ ਤੁਸੀਂ ਪੜੋਗੇ ਨਾਲ ਨਾਲ ਫਿਰ ਤੁਹਾਡੀ ਸੁਰਤ ਜੁੜੀ ਰਹਿਣੀ। ਸੋ ਭਲ ਕੇ ਉੱਠ ਹਰ ਨਾਮ ਤੇ ਹਾਵੇ। ਆਪਾਂ ਤੇ ਨਹੀਂ ਧਿਆਉਂਦੇ ਨਾ, ਆਪਾਂ ਤਾਂ ਭਲ ਕੇ ਉੱਠ ਕੇ ਪਹਿਲਾਂ WhatsApp ਚਲਾਵੇ। ਪਹਿਲਾਂ ਉੱਠਦੇ ਆ ਸਾਰ ਤਾਂ ਲੋਕ ਮੋਬਾਈਲ ਚੈੱਕ ਕਰਦੇ ਵੇ ਆਇਆ ਕੀ ਹੈ। ਪੂਰੀ ਦੁਨੀਆ ਦੀ ਜਾਣਕਾਰੀ ਤਾਂ ਇੱਥੇ ਭਰ ਲਈ ਦੀ। ਤਾਂ ਪਾਤਸ਼ਾਹ ਨੇ ਕਿਹਾ ਉੱਠਦੇ ਆ ਸਾਰ ਸਿੱਖ ਨੂੰ ਹੁਕਮ ਹੈ ਗੁਰ ਸਤਿਗੁਰ ਕਾਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਜਿੱਦਣ ਫਿਰ ਉਹ ਗੁਰੂ ਦੀ ਬਾਣੀ ਨਾਲ ਸ਼ਬਦ ਨਾਲ ਜੁੜਦਾ ਸਾਧ ਸੰਗਤ, ਉਹ ਇੱਕ ਪੜਿਆ ਹੋਇਆ ਇਸ਼ਨਾਨ ਕਰਕੇ ਜਪਜੀ ਸਾਹਿਬ ਤੁਹਾਨੂੰ ਇੰਜ ਲੱਗਦਾ ਜਿਵੇਂ ਤੁਸੀਂ ਅੰਮ੍ਰਿਤਸਰ ਨਹਾ ਲਿਆ ਹੋਵੇ ਜਾ ਕੇ। ਜਿਵੇਂ ਸਤ ਸੰਗਤ ਵਿੱਚ ਬਹਿਣਾ, ਅੰਮ੍ਰਿਤ ਸਰੋਵਰ ਵਿੱਚ ਬਹਿਣਾ ਹੈ, ਇਸ ਤਰ੍ਹਾਂ ਸਾਧ ਸੰਗਤ ਪਾਤਸ਼ਾਹ ਨੇ ਕਿਹਾ ਤੂੰ ਬਾਣੀ ਪੜ੍ਹ ਉੱਠ ਕੇ ਇਸ਼ਨਾਨ ਕਰ, ਤੇਰਾ ਰੋਜ਼ ਦਾ ਇਸ਼ਨਾਨ ਸਮਝ ਅੰਮ੍ਰਿਤਸਰ ਹੈ। ਸੋ ਸਤਿਗੁਰ ਦੀ ਬਾਣੀ ਨਾਲ ਰੋਜ਼ ਸਵੇਰੇ ਉੱਠ ਕੇ ਜੁੜੋ। ਉੱਠਦਿਆਂ ਸਾਰ ਮੰਤਰ ਪੜੋ। ਸ਼ਬਦ ਬਾਣੀ ਗੁਰ ਮੰਤਰ ਇੱਕੋ ਓੰਕਾਰ ਮੂਲ ਮੰਤਰ, ਇਹ ਸਭ ਤੋਂ ਵੱਡਾ ਤਾਕਤਵਰ ਮੰਤਰ ਹੈ। ਇਹਦੇ ਨਾਲ ਦਾ ਦੁਨੀਆ ਵਿੱਚ ਹੋਰ ਕੋਈ ਮੰਤਰ ਨਹੀਂ। ਗੁਰੂ ਦੀ ਬਾਣੀ ਤੋਂ ਵੱਡੀ ਦੁਨੀਆ 'ਚ ਹੋਰ ਕੋਈ ਕਰਾਮਾਤ ਨਹੀਂ। ਹਰ ਪਿੰਡ ਵਿੱਚ ਸਵੇਰੇ ਸ਼ਾਮ 2 ਵਾਰ ਪੜ੍ਹਿਆ ਜਾਂਦਾ ਨਾ ਕਿ ਦੁੱਖ ਰੋਗ ਸੰਤਾਪ ਉਤਰੇ। ਕਾਹਦੇ ਨਾਲ? ਸੁਣੀ ਸੱਚੀ ਬਾਣੀ ਨਾਲ ਹੀ ਉਤਰ ਜਾਂਦੇ ਨੇ। ਬਾਣੀ ਬਹੁਤ ਵੱਡੀ ਕਰਾਮਾਤ ਹੈ। ਸਾਨੂੰ ਬਾਣੀ ਨਾਲ ਜੁੜਨ ਦੀ ਲੋੜ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ। ਸਾਨੂੰ ਮਹਾਰਾਜ ਉਸ ਗੁਰੂ ਦੇ ਲੜ ਲੱਗ ਗਏ। ਸਾਧ ਸੰਗਤ ਜਿਹੜਾ ਕਲਯੁਗ ਦੇ ਅੰਦਰ ਇੱਕੋ ਇੱਕ ਵਾਹਿਦ ਗੁਰੂ ਨਿਹ ਕਲੰਕ ਅਵਤਾਰ ਹੈ, ਜਿਹਦੇ ਉੱਤੇ ਕੋਈ ਕਲੰਕ ਨਹੀਂ, ਉਹ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਨਹੀਂ ਤੇ ਜਿੰਨੇ ਸੰਸਾਰ ਵਿੱਚ ਹੋਰ ਸਰੀਰਧਾਰੀ ਨੇ ਸਾਧ ਸੰਗਤ ਸਭ ਕਲੰਕਤ ਹੋ ਗਏ। ਸਭ ਜਿਨ੍ਹਾਂ ਨੂੰ 1.5 ਲੱਖ ਲੋਕ ਮੱਥਾ ਟੇਕਦੇ ਸੀ ਜੇਲ੍ਹਾਂ 'ਚ ਬੈਠੇ ਨੇ। ਜਿਨ੍ਹਾਂ ਦਾ 2.5 ਕਰੋੜ ਬੰਦਾ ਫੋਲੋਵਰ ਹੈ ਅੱਜ ਦੀ ਤਰੀਕ 'ਚ, ਉਹਨਾਂ ਨੂੰ ਡਰ ਪਿਆ ਹੋਇਆ ਸਾਧ ਸੰਗਤ ਤੋਂ ਕਦੇ ਵੀ ਕਲੰਕਤ ਹੋ ਸਕਦੇ ਨੇ। 2.5 ਕਰੋੜ ਬੰਦਾ ਕਿੱਧਰ ਜਾਏਗਾ? ਤੁਹਾਨੂੰ ਖੁਸ਼ੀ ਹੈ ਇੱਕੋ ਇੱਕ ਵਾਹਿਦ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਸਾਨੂੰ ਪਾਤਸ਼ਾਹ ਨੇ ਜਿਨ੍ਹਾਂ ਦੇ ਲੜ ਲਾਇਆ, ਇੱਕੋ ਇੱਕ ਵਾਹਿਦ ਨੇਕ ਕਲੰਕ ਅਵਤਾਰ ਹੈ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਨਾਂ ਦੀ ਬਾਣੀ ਪੜੋ, ਸਹਿਜ ਪਾਠ ਰੱਖੋ, ਬਾਣੀ ਦਾ ਜਾਪ ਕਰੋ ਜਿੰਨਾ ਦਿਨ ਵਿੱਚ ਸਮਾਂ ਲੱਗਦਾ। ਜੇ ਹੋਰ ਨਹੀਂ ਨਾ ਤੁਰਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਤੁਰਦਿਆਂ ਫਿਰਦਿਆਂ ਰਸੋਈ 'ਚ ਮੂਲ ਮੰਤਰ ਪੜੋ, ਫਿਰ ਸਤਿਗੁਰ ਦੀ ਕਿਰਪਾ, ਫਿਰ ਸਭ ਭਰਮ ਨਾਸ਼ ਹੋ ਜਾਂਦੇ। ਮੈਨੂੰ ਭੈਣ ਜੀ ਕਹਿੰਦੇ ਸੀ ਧਾਗਿਆਂ ਵਾਲੀ ਗੱਲ ਸੁਣਾ ਦਿਓ। ਮੈਂ ਕਿਹਾ ਇੱਥੇ ਨਾ ਕਿਸੇ ਨੇ ਬੰਨੇ ਹੋਣ ਮੁੜ ਕੇ ਮੇਰੇ ਨਾਲ ਲੜ ਪਣ। ਕਹਿੰਦੇ ਕੋਈ ਗੱਲ, ਜਿਹੜਾ ਗੁਰੂ ਦੀ ਬਾਣੀ ਨਾਲ ਜੁੜੇ ਉਹਨੂੰ ਆ ਪੈਰਾਂ ਵਿੱਚ ਨਵੀਂ ਬਿਮਾਰੀ ਨਹੀਂ ਪਈ ਕਾਲੇ ਧਾਗੇ ਬੰਨਣ ਦੀ, ਇਹ ਨਹੀਂ ਉਹਨੂੰ ਲੱਗੇਗੀ। ਸੋ ਕਾਲੇ ਧਾਗਿਆਂ ਦੀ ਬਿਮਾਰੀ ਤੋਂ ਬਚੋ। ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨਾਲ ਜੁੜੋ, ਫਿਰ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਕਿਉਂਕਿ ਵਿਆਹ ਵਾਲੇ ਵੀ ਵਿਚਾਰੇ